ਚੜ੍ਹਦੀ ਕਲਾ ਕਿਹੜਾ ਹੈ ਪ੍ਰੇਮੀ ਪਰਉਪਕਾਰੀ ਹੈ। ਹਾਂਜੀ ਮੈਨੂੰ ਤਾਂ ਅੰਮ੍ਰਿਤ ਹੈਗੀ ਆ ਕਾਲ ਵਿੱਚ। ਅੰਤਰਜਾਮੀ ਹੈ। ਚਲੋ ਜੀ ਕਰੀਏ ਆਰਾਮ ਫਿਰ। ਕਿੱਥੋਂ ਸ਼ੁਰੂ ਕਰਨਾ ਸੀਗਾ? ਮਹਾਰਾਜ ਦਾ ਨਾਮ ਲੈ ਲਈਏ ਪਹਿਲਾਂ। ਧੰਨ ਵਾਹਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਹਰਿਰਾਏ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ। ਤੂੰ ਸਮਰੱਥ ਵੱਡਾ, ਮੇਰੀ ਮਾਤੇ ਥੋਰੀ ਰਾਮ, ਪਲ ਹੈ ਅਕਿਰਤ ਕਨਾ, ਪੂਰਨ ਦ੍ਰਿਸ਼ਟੇ ਤੇਰੀ ਰਾਮ। ਕਰੋ ਜੀ, ਕਿੱਥੋਂ ਆਰੰਭ ਕਰਨਾ ਸੀ? ਪੜੋ ਫਿਰ, ਕੌਣ ਪੜੂਗਾ? ਸਕਰੀਨ ਸ਼ੇਅਰ ਹੋ ਸਕਦੀ ਹੈ ਕਿ ਨਹੀਂ? ਦਾਸ ਦੀ ਆਵਾਜ਼ ਆਉਂਦੀ ਹੈ ਕਿਸੇ ਨੂੰ ਕਿ ਨਹੀਂ ਆਉਂਦੀ? ਨਹੀਂ ਹਾਂਜੀ ਵੀਰ ਜੀ ਆਉਂਦੀ ਦੱਸੀ ਅੱਜ ਫੋਨ ਤੇ ਆ ਉਹ ਕਰ ਦੇਣਾ। ਕੋਈ ਹੋਰ ਕਰ ਸਕਦਾ ਜਦ ਅਸੀਂ ਕੋਸ਼ਿਸ਼ ਕਰਦੀ ਆਨਲਾਈਨ ਪਰ ਉਹ ਪ੍ਰੋਬਲਮ ਵੀ ਚੱਲਦੀ ਪਈ ਆ। ਨਹੀਂ ਹੁੰਦਾ ਤਾਂ ਚਲੋ। ਪਿਛਲੇ ਕਿਹੜੇ ਕਿਹੜੇ ਸਿੰਘ ਨੇ ਕੀਤਾ ਸੀ? ਨਿਮਰਪਾਲ ਸਿੰਘ ਜੀ, ਤੁਸੀਂ ਪਰਉਪਕਾਰ ਕੀਤਾ ਸੀ ਪਹਿਲਾਂ ਸਾਡੇ ਤੇ। ਆਈ ਥਿੰਕ ਚੱਲ ਪਿਆ ਹੁਣ। ਆਈ ਥਿੰਕ ਦੱਸਦਾ ਆਪ ਜੀ ਨੂੰ ਹੁਣ। ਹਾਂਜੀ ਚੱਲ ਪਿਆ ਜੀ, ਮਿਹਰਬਾਨੀ। ਕਰੋ ਫਿਰ, ਆਰੰਭ ਕਰੋ, ਪਾਠ ਪੜੋ। ਕੌਣ ਪੜਦਾ? ਦਾਸ ਦੀ ਆਵਾਜ਼ ਠੀਕ ਆਈ ਜਾਂਦੀ? ਦੱਸੀ ਬੜੇ ਹਾਂਜੀ ਪੜੋ। ਵਾਹਿਗੁਰੂ ਸਾਹਿਬ। ਸਾਖੀ। ਇੱਕ ਆਦਮੀ ਗੰਗਾ ਤੇ ਇਸ਼ਨਾਨ ਕਰਨ ਗਿਆ। ਗੰਗਾ ਨਹੀਂ ਨੇੜੇ ਨਹੀਂ, ਪਰਮ ਹੋ ਗਿਆ ਸੀ ਗੰਗਾ ਦਾ ਇਸ਼ਨਾਨ ਸਾਰਾ। ਉਹ ਜਾ ਵੀ ਵੜਿਆ ਸੀਗਾ, ਸਾਖੀ ਵੀ ਹੋ ਗਈ ਸੀਗੀ, ਆ ਵੀ ਗਿਆ ਸੀ, ਉਹ ਤੋਂ ਪਤਾ ਵੀ ਲੱਗ ਗਿਆ ਸੀ ਸਾਰਾ। ਇਹ ਤਾਂ ਹੋ ਗਿਆ ਸਾਰਾ ਕੰਮ। ਅੱਗੋਂ ਇਹ ਸ਼ਬਦ ਸਾਰਾ ਕਰ ਲਿਆ ਸੀ ਆਪਾਂ। ਅੱਗੋਂ ਸ਼ੁਰੂ ਕਰਨਾ। ਪਿਛਲੇ ਵੀ ਕਰ ਲਿਆ ਸੀ ਸਾਰਾ। ਜਿਹੜਾ ਪ੍ਰੇਮੀ ਬਹੁਤ ਮੈਸੇਜ ਕਰੀ ਜਾਂਦਾ ਸੀ, ਉਹਨੇ ਜੁਆਇਨ ਕੀਤਾ ਕਿ ਨਹੀਂ, ਉਹਦਾ ਪਤਾ ਕਰੀਏ। ਆ ਸਾਰਾ ਸ਼ਬਦ ਹੋ ਗਿਆ ਸੀ, ਅੱਗੋਂ ਸ਼ੁਰੂ ਕਰਨਾ। ਪੂਰਾ ਹੋ ਗਿਆ ਸੀ। ਓਕੇ ਜੀ, ਦੱਸ ਦਿਓ ਕਿੱਥੋਂ ਹਟਾਂ ਜੀ। ਆ ਸ਼ਬਦ ਸਾਰਾ ਜਿੱਥੇ ਸੰਪੂਰਨ ਹੁੰਦਾ ਜੀ, ਅੱਗੋਂ ਆਰੰਭ ਕਰਨਾ ਸੀ। ਇੱਥੋਂ ਵੀਰ ਜੀ। ਇੱਥੋਂ ਕਰਨਾ ਸੀ। ਹਾਂਜੀ ਸਾਰਾ ਹੋ ਗਿਆ ਸੀ। ਸਾਰਣੇ ਪੈਣ ਬਾਰੇ ਮਾਟੋ। ਜਾਪੋ ਤਾਪੋ ਸੰਜਮੋ ਧਰਮੋ ਨ ਕਮਾਇਆ। ਸੇਵਾ ਸਾਧ ਨ ਜਾਣਿਆ ਹਾਰੇ ਰਾਇਆ।
कहो नानक हम नीच करम्मा सारणे परे की राखहो शर्मा। परम पूजनीक पंजवें प्रभु सतਿਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਦੇ ਸਨਮੁਖ ਅਤਿਅੰਤ ਹੀ ਨਿਮਰਤਾ ਹਲੀਮੀ ਗਰੀਬੀ ਨਾਲ ਫਰਮਾਉਂਦੇ ਹਨ। ਇਹ ਅੱਛਾ ਜੀ, ਵਾਹਿਗੁਰੂ ਜੀ। ਦੇਖੋ ਜੇ ਤਾਂ ਆਪਾਂ ਨੂੰ ਹੋਰ ਕੋਈ ਸ਼ਬਦ ਨਹੀਂ ਕੰਠ ਤਾਂ ਇਹ ਤਾਂ ਜੋ ਚਾਰ ਤੁਕਾਂ ਆਪਾਂ ਨੂੰ ਕੰਠ ਹੀ ਹੁੰਦੀਆਂ ਤੇ ਇਹ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਨੀ ਹੈ ਬਾਰ-ਬਾਰ ਇਹੀ ਵੀ ਆ ਜਿਹੜੀਆਂ ਦੋ ਤੁਕਾਂ ਹੈ ਜਾਪੋ ਤਾਪੋ ਸੰਜਮ ਧਰਮ ਨ ਕਮਾਇਆ ਸੇਵਾ ਸਾਧ ਨ ਜਾਣਿਆ ਹਾਰੇ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣੇ ਪਰੇ ਕੀ ਰਾਖੋ ਸ਼ਰਮ। ਇਹ ਬੇਨਤੀ ਕਰਨੀ ਹੈ। ਇਹ ਤਾਂ ਬਾਕੀ ਆਪਾਂ ਨੂੰ ਤੁਕਾਂ ਕੰਠ ਹੁੰਦੀਆਂ ਨਹੀਂ ਹੁੰਦੀਆਂ ਪਰ ਇਹ ਤਾਂ ਆਪਾਂ ਨੂੰ ਕੰਠ ਹੋ ਹੀ ਜਾਂਦਾ ਤਾਂ ਇਸ ਕਰਕੇ ਜ਼ਰੂਰ ਜਦੋਂ ਗੁਰੂ ਸਾਹਿਬ ਕੋਲ ਜਾਣਾ ਹੈ ਜਾਂ ਬੇਨਤੀ ਕਰਨੀ ਹੈ ਅਰਦਾਸ ਕਰਨੀ ਹੈ ਤਾਂ ਇਹ ਗੁਰੂ ਸਾਹਿਬ ਕੋਲ ਤੁਕਾਂ ਹੱਥ ਜੋੜ ਕੇ ਪੜ੍ਹਨੀ ਹੈ। ਵੈਸੇ ਵੀ ਘਰੇ ਬੈਠੇ ਵੀ ਪੜ੍ਹੀ ਜਾਣੀ ਹੈ ਤੇ ਜਦੋਂ ਮਨ ਦੇ ਵਿੱਚ ਅਰਦਾਸ ਕਰਨੀ ਹੈ ਮਹਾਰਾਜ ਵੀ ਅਸੀਂ ਤਾਂ ਨੀਚ ਕਰਮ ਕਰਦੇ ਹਾਂ ਤਾਂ ਆਪ ਜੀ ਬਖਸ਼ਣ ਵਾਲੇ ਸਾਨੂੰ ਤੁਸੀਂ ਬਖਸ਼ ਲਵੋ ਤੇ ਅਰਥ ਆ ਜਾਣੇ ਇੱਥੇ ਨਾਲ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਣਾ ਪਰ ਇਹ ਤੁਕਾਂ ਜ਼ਰੂਰ ਅਰਦਾਸ ਸ਼ਾਮਲ ਕਰਨੀਆਂ ਚਾਹੀਦੀਆਂ। ਹਾਂਜੀ ਪਰਮ ਪੂਜਨੀਕ ਪੰਜਵੇਂ ਪ੍ਰਭੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਜੀ ਦੇ ਸਨਮੁਖ ਅਤਿਅੰਤ ਹੀ ਨਿਮਰਤਾ ਹਲੀਮੀ ਗਰੀਬੀ ਨਾਲ ਫਰਮਾਉਂਦੇ ਹਨ। ਇਹ ਵਾਹਿਗੁਰੂ ਜੀ ਦਾਸਨ ਦਾਸ ਨੇ ਮਨ ਕਰਕੇ ਜਾਪੋ ਸਰੀਰ ਕਰਕੇ ਤਾਪੋ ਇੰਦਰੀਆਂ ਦਾ ਸੰਜਮੋ ਦਮਨ ਸ੍ਰੇਸ਼ਟ ਧਰਮੋ ਨ ਨਹੀਂ ਕਮਾਇਆ ਅਤੇ ਸਾਧ ਸੰਤਾਂ ਦੀ ਸੇਵਾ ਵੀ ਨਹੀਂ ਕੀਤੀ। ਇਹ ਹਾਰੇ ਹਰੀ ਰਾਇਆ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਜੀ ਨ ਹੀ ਆਪ ਜੀ ਨੂੰ ਜਾਣਿਆ ਹੈ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਜਣਾਏ ਹਨ। ਵਾਹਿਗੁਰੂ ਨਾਨਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਕਹੋ ਫਰਮਾਉਂਦੇ ਹਨ ਹਮ ਦਾਸਨ ਦਾਸ ਨੀਚ ਭਾਗਾਂ ਵਾਲਾ ਅਥਵਾ ਨੀਚ ਕੰਮਾਂ ਨੂੰ ਕਰਨ ਵਾਲਾ ਹੈ। ਇਹ ਵਾਹਿਗੁਰੂ ਜੀ ਭਾਵੇਂ ਦਾਸਨ ਦਾਸ ਨੀਚ ਕਰਮ ਕਰਨ ਵਾਲਾ ਹੈ ਆਪਣੀ ਸ਼ਰਨ ਪਿਆ ਜਾਣ ਕੇ ਸਾਰਣੇ ਪਰੇ ਕੀ ਰਾਖਤਾ ਨਾ ਹੀ ਸਹਸਾਇਆ ਅਨੁਸਾਰ ਸਾਰਣੇ ਪਰੇ ਪਏ ਕੀ ਸ਼ਰਮਾ ਲੱਜਿਆ ਪਾਪਾਂ ਵਿਕਾਰਾਂ ਔਗਣਾਂ ਵੱਲੋਂ ਰੱਖਣਾ ਕਰੋ ਜੀ ਕਿਉਂ ਜੋ ਇਹ ਲੱਜਾ ਪਾਤੇ ਨੂੰ ਖੁਆਰ ਕਰਦੇ ਹਨ। ਯਥਾ ਤੇਰੀ ਸਾਰਣੇ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਾਰੀ ਕਿਰਪਾ ਨਾਨਕ ਕੋ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਓ ਸਾਰਣੇ ਪਰੇ ਕੀ ਰਾਖੋ ਦਇਆਲਾ ਨਾਨਕ ਤੁਮਰੇ ਬਾਲ ਗੋਪਾਲਾ ਜੋ ਜੋ ਸਾਰਣੇ ਪਰਿਓ ਗੁਰ ਨਾਨਕ ਅਭੈ ਦਾਨੋ ਸੁਖ ਪਾਏ ਸਰਬ ਸੁਖਾਂ ਕਾ ਦਾਤਾ ਸਾਤੇ ਕੋਰੋ ਤਾਕੀ ਸਰਨੀ ਪਾਈਐ ਦਰਸਨੋ ਭੇਟਤ ਹੋਤ ਆਨੰਦਾ ਦੁਖ ਹੋ ਗਿਆ ਹਾਰੇ ਗਾਈਐ ਸਰਨੇ ਆਵੈ ਪਾਰ ਬ੍ਰਹਮ ਕੀ ਤਾਂ ਫੇਰੇ ਕਾਹੇ ਝੂਰੇ ਜੋ ਸਰਣੇ ਆਵੈ ਤਿਸੋ ਕਾਂਠੇ ਲਾਵੈ ਇਹੋ ਬਿਰਦੋ ਸੁਆਮੀ ਸੰਦਾ ਸਰਣੇ ਦੇਖੋ ਪਰੇ ਕੀ ਇਹ ਜਿੱਥੇ ਇਹ ਸਾਰੇ ਆਪਾਂ ਨੂੰ ਹੈਗੇ ਆ ਸ਼ਰਨ ਪੈਣ ਦੇ ਮਾਟੋ ਹੈ ਉੱਥੇ ਆਪਣੀ ਚਿੰਤਾ ਵੀ ਦੂਰ ਕਰਦੇ ਇਹ ਮਾਟੋ ਦਾ ਅਰਥ ਜਿਵੇਂ ਇੰਗਲਿਸ਼ ਦੇ ਵਿੱਚ ਨਹੀਂ ਹੁੰਦਾ ਮੋਟੋ ਕੋਈ ਦੋ ਚੀਜ਼ ਦਾ ਜਿਵੇਂ ਐਗਜ਼ਾਮਪਲ ਵਾਸਤੇ ਦੋ ਲਾਈਨਾਂ ਆਪਾਂ ਕਿਤੇ ਵੀ ਲਿਖੀਆਂ ਹੁੰਦੀਆਂ ਕਿ ਕਿਸੇ ਚੀਜ਼ ਦੇ ਸਾਹਮਣੇ ਵੱਡੀਆਂ ਵੱਡੀਆਂ ਕਰਕੇ ਹਾਈਲਾਈਟ ਕਰਕੇ ਲਿਖੀਆਂ ਹੋਣ ਤਾਂ ਉਹਦੇ ਦੋ ਤੁਕਾਂ ਲਿਖਣੀਆਂ ਹੋਣ ਕਿਤੇ ਤਾਂ ਇਸ ਕਰਕੇ ਮਾਟੋ ਉਹਨੂੰ ਕਹਿੰਦੇ ਆ ਤੇ ਜਿਵੇਂ ਮੰਨ ਲਓ ਗੁਰਦੁਆਰਾ ਸਾਹਿਬ ਦੀ ਕੰਧਾਂ ਤੇ ਦੋ ਤੁਕਾਂ ਲਿਖੀਆਂ ਹੁੰਦੀਆਂ ਉਹਨੂੰ ਆਪਾਂ ਕਹਿ ਲੈਂਦੇ ਮਾਟੋ ਲਿਖੇ ਹੋਏ ਆ ਤੇ ਇਸ ਕਰਕੇ ਚਿੰਤਾ ਵੀ ਨਿਵਰਤ ਕਰਤੇ ਕਿ ਦੇਖੋ ਕਿ ਜਿਨ੍ਹਾਂ ਦੀ ਸ਼ਰਨ ਪੈਣਾ ਜੇ ਪਾਰ ਬ੍ਰਹਮ ਕੀ ਸ਼ਰਨ ਪੈਣਾ ਤਾਂ ਕਾਹੇ ਝੂਰੇ ਕਿ ਝੂਰੇ ਫਿਰ ਚਿੰਤਾ ਕਿਉਂ ਕਰਨੀ। ਹਾਂਜੀ ਇਹ ਸਰਣੇ ਪਰੇ ਕੀ ਰਾਖਤਾ ਨਾ ਹੀ ਸਹਸਾਇਆ ਵੀ ਸਰਨ ਪਿਆਂ ਦੀ ਮਹਾਰਾਜ ਰੱਖਦੇ ਹੀ ਹੈ ਤਾਜ ਇੱਜ਼ਤ ਰੱਖਦੇ ਤਾਜ ਰੱਖਦੇ ਰੱਖਿਆ ਕਰਦੇ ਨਾ ਹੀ ਸਹਸਾਇਆ ਵੀ ਇਹਦੇ ਸ਼ੱਕ ਵਾਲੀ ਗੱਲ ਨਹੀਂ ਕੋਈ ਕਿ ਜਮਾ ਵੀ ਥੋੜੇ ਮਾਤਰ ਵੀ ਆਪਾਂ ਨੂੰ ਡਾਊਟ ਨਹੀਂ ਰੱਖਣਾ ਮਨ ਦੇ ਵਿੱਚ ਵੀ ਗੁਰੂ ਸਾਹਿਬ ਆਪਣੀ ਰੱਖਿਆ ਕਰਨਗੇ ਜਾਂ ਨਹੀਂ ਵੀ ਆਪਾਂ ਨੂੰ ਬਖਸ਼ਣਗੇ ਜਾਂ ਨਹੀਂ ਬਖਸ਼ਣਗੇ ਨਹੀਂ 100% ਆਪਦੇ ਵੱਲੋਂ ਤੁਸੀਂ 100% ਰੱਖਣਾ ਹੈ ਵੀ ਮੈਂ ਗੁਰੂ ਸਾਹਿਬ ਅੱਗੇ ਬੇਨਤੀ ਕਰਦਾ ਮੈਨੂੰ ਗੁਰੂ ਸਾਹਿਬ ਮਾਫ ਕਰ ਦੇਣਗੇ ਮੈਨੂੰ ਰੱਖਣਗੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਨਾ ਹੀ ਸਹਸਾਇਆ ਮਤਲਬ
ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਮਹਾਰਾਜ ਨਹੀਂ ਤਾਂ ਗੱਲ ਹੈ ਹੀ ਨਹੀਂ ਵੀ ਨਹੀਂ ਰੱਖਣਗੇ ਮੈਨੂੰ ਜਾਂ ਫਿਰ ਨਹੀਂ ਬਖਸ਼ਣਗੇ, ਮੈਂ ਵੱਡਾ ਪਾਪੀ ਹੈ ਜਾਂ ਕੁਛ ਨਹੀਂ, ਇਹੋ ਜਿਹੀ ਤਾਂ ਗੱਲ ਨਹੀਂ ਕੀਤੀ। ਨਾ ਹੀ ਸਹਸਾਇਆ ਧਰਤੀ ਹੈ। ਹਾਂਜੀ। सरणे परे की राखता नाही सहसाया, जे साधु सरनी परे तिनके कवण विचार। दंत जीव जिम राखे है दुसट अरिसट संगार। ढाकन ढाके गोबिंद गुर मेरे ਦੇਖੋ मोहे ਵੀ ਜਿਹੜੇ ਸਾਧੂ ਪਰਮੇਸ਼ਰ ਜੀ ਦੀ ਸ਼ਰਨ ਪੈ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਉਹਨਾਂ ਦੀ ਰੱਖਿਆ ਹੁੰਦੀ ਹੈ। ਰੱਖਿਆ ਇਸ ਤਰ੍ਹਾਂ ਹੁੰਦੀ ਹੈ ਵੀ ਜਿਵੇਂ ਦੰਦਾਂ ਦੇ ਵਿੱਚ ਵੇਖੋ ਜੀਭ ਬਚੀ ਰਹਿੰਦੀ ਹੈ ਨਾ, ਦੰਦ 32 ਹੁੰਦੇ ਆ। ਹੁਣ 32 ਦੰਦ ਹੈ, ਇੰਨੇ ਇੰਨੇ ਤਿੱਖੇ ਹੈ, ਕੈਂਚੀਆਂ ਵਰਗੇ ਹੈ, ਤੇ ਕੈਂਚੀਆਂ ਵਰਗੇ ਤਿੱਖੇ ਦੰਦ, ਤੇ ਜੀਭ ਵਿਚਾਰੀ ਕੀ ਹੈ, ਜੀਭ ਨੂੰ ਤਾਂ ਵੱਢ ਕੇ ਸੁੱਟੀ ਜਾਊਗੀ ਨਾ, ਮਾਸ ਦੀ ਹੈ ਨਾ, ਟੁਕੜਾ ਮਾਸ ਦਾ ਟੁਕੜਾ ਹੈ। ਤੇ ਜੀਭ ਦੀ ਰੱਖਿਆ ਦਾ ਹੁਣ ਦਾ ਤਾਂ ਕੋਈ ਚਾਂਸ ਹੀ ਨਹੀਂ ਨਾ, ਕਿਉਂਕਿ ਵੈਰੀ ਇੱਕ ਹੀ ਅੱਧਾ ਹੀ ਹੋਵੇ, ਇੱਕ ਬੰਦਾ ਹੀ ਮਾਰਨ ਪਿਆ ਹੋਵੇ ਤਾਂ ਹੀ ਖਤਰਾ ਹੈ। ਪਰ ਇਹ ਤਾਂ ਜੀਵ ਨੇ ਸਾਰਾ ਦਿਨ ਚੱਲਣਾ ਹੈ, ਤੇ ਸਾਰਾ ਦਿਨ ਹੀ 32 ਦੇ 32 ਜਿਹੜੇ ਹੈ ਮਗਰ ਪਏ ਵੈਰੀ ਦੁਸ਼ਮਣ ਨਾ, 32 ਬੰਦੇ ਜਾਨ ਦੇ ਮਗਰ ਪਏ ਜੀਵ ਦੇ। ਜੀਵ ਤਾਂ ਮਾਸ ਦਾ ਟੁਕੜਾ ਹੈ, ਤੇ ਇਉਂ ਕਰਕੇ ਫਿਰ ਜੀਵ ਦੀ ਰੱਖਿਆ ਹੋ ਜਾਂਦੀ ਹੈ। ਇਹ ਰੱਖਿਆ ਕਿਵੇਂ ਹੁੰਦੀ ਹੈ? ਗੁਰੂ ਸਾਹਿਬ ਕਰਦੇ ਜੀਵ ਦੀ ਰੱਖਿਆ। ਮਹਾਰਾਜ ਨੇ ਸਾਰਾ ਸਿਸਟਮ ਹੀ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ ਵੀ ਜੀਵ ਨੂੰ ਕੁਛ ਨਹੀਂ ਹੁੰਦਾ। ਵੇਖੋ ਜੀਵ ਸਾਰਾ ਦਿਨ ਚੱਲਦੀ ਰਹਿੰਦੀ ਹੈ, ਪਰ ਰੋਟੀ ਵੀ ਖਾਂਦੇ ਆਪਾਂ, ਰੋਟੀ ਕੱਟੀ ਜਾਂਦੀ ਹੈ, ਜੀਵ ਨਹੀਂ ਕੱਟੀ ਜਾਂਦੀ। ਇਹ ਗੱਲ ਵਿਚਾਰਨੇ ਵਾਲੀ ਹੈ। ਇਹ ਗੁਰੂ ਸਾਹਿਬ ਨੇ ਐਗਜ਼ਾਮਪਲ ਹੋਰ ਵੀ ਥਾਂ ਦੇ ਗੌੜੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਦਾ ਸ਼ਬਦ ਹੈ, ਉਹਦੇ ਵਿੱਚ ਵੀ ਮਹਾਰਾਜ ਨੇ ਇਹੀ ਐਗਜ਼ਾਮਪਲ ਦਿੱਤਾ, ਇੱਥੇ ਵੀ ਇਹ ਐਗਜ਼ਾਮਪਲ ਦਿੱਤਾ। ਦੰਤ ਜੀਵ ਜੇ ਮਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ, ਵੀ ਦੁਸ਼ਟ ਤੇ ਅਰਿਸ਼ਟ ਵਿਘਨ ਜਿਹੜੇ ਹੈ, ਤੇ ਦੁਸ਼ਟ ਜਿਹੜੇ ਵੈਰੀ ਉਹਨਾਂ ਨੂੰ ਮਹਾਰਾਜ ਸੰਘਾਰ ਦਿੰਦੇ ਹੈ। ਜਿਵੇਂ ਦੰਦਾਂ ਦੇ ਦੁਸ਼ਮਣਾਂ ਨੂੰ ਤੇ ਵੈਰੀਆਂ ਨੂੰ, ਬਾਹਰਲਿਆਂ ਨੂੰ, ਕਾਮ ਆਦਿਕਾਂ ਨੂੰ ਸੰਘਾਰ ਦਿੰਦੇ, ਨਾਸ ਕਰ ਦਿੰਦੇ ਹੈ, ਜਿਵੇਂ ਇਸ ਤਰ੍ਹਾਂ ਰੱਖਿਆ ਕਰਦੇ ਆ ਉਹਦੇ ਭਗਤ ਦੀ, ਗੁਰਸਿੱਖ ਦੀ, ਜਿਵੇਂ ਦੰਦਾਂ ਦੇ ਵਿੱਚ ਜੀਵ ਦੀ ਰੱਖਿਆ ਹੋ ਜਾਂਦੀ। ਬਚਨ ਆਉਂਦਾ ਨਾ ਗੁਰੂ ਸਾਹਿਬ ਦਾ ਕਿ ਜੈਸੇ ਮੈਂ ਇੱਕ ਮਿੰਟ ਸੋਚ ਕੇ ਦੱਸਦਾ ਤੁਹਾਨੂੰ। ਗੁਰੂ ਰਾਮਦਾਸ ਜੀ ਦਾ ਇਹੀ ਬਚਨ ਹੈ, ਭਾਈ ਮਤ ਜਾਣਹੁ ਕਿਸੀ ਕੈ ਕੇਛੁ ਹਾਥ ਹੈ। ਇਸ ਤਰ੍ਹਾਂ ਬਚਨ ਹੁੰਦਾ ਹੈ, ਭਾਈ ਮਤ ਕੋਈ ਜਾਣੋ ਕਿਸੀ ਕੈ ਕੇਛੁ, ਭਾਈ ਮਤ ਕੋਈ ਜਾਣੋ ਕਿਸੀ ਕੈ ਕੇਛੁ ਹਾਥ ਹੈ, ਸਭ ਕਰੇ ਕਰਾਇਆ। ਉਸੇ ਸ਼ਬਦ ਦੇ ਵਿੱਚ ਉੱਤੇ ਬਚਨ ਆਉਂਦਾ ਹੈ, ਜੈਸੇ ਕਾਤੀ, ਕਾਤੀ ਕਹਿੰਦੇ ਕੈਂਚੀ ਨੂੰ ਕੱਟਣੇ ਵਾਲੀ, ਜੈਸੇ ਕਾਤੀ ਕੈਂਚੀ ਹੈ ਨਾ ਜਿਹੜੀ ਕੱਟਣੇ ਵਾਲੀ, 30 32 ਹੈ, 30 32 ਹੈ, 30 ਹੁੰਦੇ 32 ਤੇ 32 ਹੁੰਦੇ 32 ਹੁੰਦੇ 32, 32 ਤੇ 30 ਹੁੰਦੇ 30, ਵੀ 30 32 ਕੈਂਚੀਆਂ ਲੱਗੀਆਂ ਵੀ ਵਿੱਚ ਰਾਖੈ ਰਸਨਾ ਰਾਸ ਮਾਸ ਰੱਤ ਘੇਰੀ। ਉਹਦੇ ਵਿੱਚ ਰਸਨਾ ਜਿਹੜੀ ਹੈ ਜੀਭ, ਇਹ ਮਾਸ ਦੀ ਤੇ ਖੂਨ ਦੀ ਬਣੀ ਵੀ, ਰੱਤ ਖੂਨ ਤੇ ਮਾਸ ਦੀ ਬਣੀ ਵੀ, ਘੇਰੀ ਦੇ ਅਰਥ ਦਾ ਦੀ, ਇਹਦੀ ਰੱਖਿਆ ਹੋ ਜਾਂਦੀ ਹੈ। ਕੋਈ ਜਾਣੋ ਮਾਸ ਕਾਤੀ ਕਹਿ ਕੇ ਛੁਹਾਥ ਹੈ, ਕੋਈ ਇਸ ਤਰ੍ਹਾਂ ਸੋਚਦਾ ਹੋਊਗਾ ਵੀ ਵਿਚਾਰੀ ਜਿਹੜੀ ਉਹ ਜੀਭ ਹੈ ਵੀ ਉਹਦੇ ਕੁਛ ਹੱਥ ਦੇ ਵਿੱਚ ਹੈ, ਵੀ ਕੋਈ ਉਹਦੇ ਕੋਲ ਕਲਾ ਹੈ। ਨਹੀਂ ਭਾਈ, ਵੀ ਇਹ ਤਾਂ ਸਭ ਵਸ ਗਾ ਤੇ ਹੈ ਹਰ ਇੱਕ ਏਰੀ, ਇਹਦਾ ਮਹਾਰਾਜ ਦੀ ਕਲਾ ਹੈ, ਸਾਰੀ ਮਹਾਰਾਜ ਦੇ ਅਧੀਨ ਹੈ ਸਾਰੀ ਚੀਜ਼, ਗੁਰੂ ਸਾਹਿਬ ਨੇ ਆਪਣੇ ਹੱਥ ਰੱਖੀ ਹੈ। ਤਿਉਂ ਸੰਤ ਜਨਾ ਕੀ ਨਰ ਨਿੰਦਾ ਕਰੇ, ਤਿਵੇਂ ਹੀ ਜਿਵੇਂ ਰੱਖਿਆ ਹੁੰਦੀ ਹੈ ਨਾ, ਉਵੇਂ ਸੰਤ ਜਨਾਂ ਦੀ ਨਰ ਨਿੰਦਾ ਕਰੇ, ਤਿਉਂ ਸੰਤ ਜਨਾਂ ਕੀ ਨਰ ਨਿੰਦਾ ਕਰੇ, ਹਰੇ ਰਾਖੈ ਪੈਜ ਜਨ ਕੀਰੀ।
ਜਾਣਾ ਕੀਰੀ ਦੀ, ਕੀਰੀ ਦਾ ਅਰਥ ਹੁੰਦਾ ਦੀ। ਵਾਹਿਗੁਰੂ ਜੀ ਦੇ ਪਿਆਰਿਆਂ ਦੀ ਮਹਾਰਾਜ ਇਉਂ ਰਾਜ ਰੱਖਦੇ ਹੈ ਜਿਵੇਂ ਜੀਭ ਰੱਖੀ ਜਾਂਦੀ ਹੈ ਵਿੱਚ ਦੰਦਾਂ ਦੇ ਵਿੱਚ। ਫਿਰ ਅੱਗੋਂ ਕਹਿੰਦੇ ਹੈ ਭਾਈ ਮਤ ਜਾਣਹੁ ਅਵਰ, ਭਾਈ ਮਤ ਜਾਣਹੁ ਕਿਸੀ ਕਹਿ ਕੇ ਸੁਹਾਥ ਹੈ, ਸਭ ਕਰੇ ਕਰਾਇਆ, ਜਰਾ ਮਰਾ ਤਾਪ ਸਿਰ ਤੇ ਸਾਪ, ਸਭ ਹਰਿ ਕੈ ਵਾਸੇ ਹੈ, ਕੋਈ ਲਾਗ ਨਾ ਸਕੈ ਮੈਨੂੰ ਹਾਰੇ ਕਾ ਲਾਇਆ। ਕਈ ਲੋਕੀ ਡਰਦੇ ਹੁੰਦੇ ਨਾ ਵੀ ਮੈਨੂੰ ਕੋਈ ਮੇਰੇ ਤੇ ਟੂਣਾ ਨਾ ਕਰ ਦੇਵੇ, ਤੇ ਜਾਂ ਮੈਨੂੰ ਕੋਈ ਮੇਰੇ ਤੇ ਰੋਗ ਨਾ ਲਾ ਦੇਵੇ, ਕੋਈ ਦੂਸਰਾ ਨਾ ਕਰ ਦੇਵੇ। ਇਹ ਤਾਂ ਸਾਰਾ ਕੁਝ ਮਹਾਰਾਜ ਦੇ ਹੱਥ ਹੈ, ਚਿੰਤਾ ਕਿਉਂ ਕਰਨੀ ਹੈ। ਕਹਿਣ ਤੋਂ ਮੁਰਾਦ ਹੈ ਵੀ ਮਹਾਰਾਜ ਨੇ ਆਪਾਂ ਨੂੰ ਮਾੜੇ ਕਰਮ ਆਪਣੇ ਕੱਟਣ ਵਾਸਤੇ ਆਪਾਂ ਨੂੰ ਕੋਈ ਦੁੱਖ ਰੋਗ ਦੇ ਦਿੰਦੇ ਆ ਕਈ ਵਾਰੀ, ਤਾਂ ਕਿ ਆਪਣੇ ਮਾੜੇ ਕਰਮ ਕੱਟੇ ਜਾਣ। ਮਾੜੇ ਕਰਮ ਆਪਾਂ ਕੱਟੇ ਵੀ ਆ, ਉਹ ਛੋਟੇ ਰੂਪ ਚ ਭੁਗਤਾ ਦਿੰਦੇ ਆ। ਕਈ ਵਾਰੀ ਕੋਈ ਬੁਖਾਰ ਹੋ ਜਾਂਦਾ ਹੈ, ਕੋਈ ਐਕਸੀਡੈਂਟ ਹੋ ਜਾਂਦਾ ਹੈ, ਕੋਈ ਕੁਛ ਹੋ ਜਾਂਦਾ ਹੈ, ਤਾਂ ਉਹ ਕਰਮ ਕੱਟਣੇ ਹੁੰਦੇ ਮਹਾਰਾਜ ਨੇ। ਤਾਂ ਸਾਰੀਆਂ ਚੀਜ਼ਾਂ ਮਹਾਰਾਜ ਦੇ ਹੱਥ ਵੱਸ ਹੈ ਜੀ, ਤੇ ਇਹਨਾਂ ਦੀ ਫਿਰ ਚਿੰਤਾ ਕਿਉਂ ਕਰਨੀ। ਐਸਾ ਹਰਿ ਨਾਮ ਮਨ ਚੇਤੇ, ਨਿਤ ਧਿਆਵੋ ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ। ਹਾਂਜੀ, ਹੁਣ ਵਾਪਸ ਆਈਏ ਉਸੇ ਗੱਲ ਤੇ ਵੀ ਜਿਹੜਾ ਗੁਰੂ ਸਾਹਿਬ ਹੈ ਉਹ ਦੀ ਸਰਨੀ ਪੈ ਜਾਂਦਾ ਹੈ ਨਾ, ਉਹਦੀ ਰੱਖਿਆ ਹੁੰਦੀ ਹੈ। ਹਾਂਜੀ। ਵਾਹਿਗੁਰੂ। ਢਾਕਨ ਢਾਕੇ ਗੋਬਿੰਦ ਗੁਰ ਮੇਰੇ, ਮੋਹਿ ਅਪਰਾਧੀ ਸਰਨ ਚਰਨ, ਦੀਨੋ ਦੁਆਰੈ ਆਇਓ ਠਾकुर, ਸਾਰਨੇ ਪਰਿਓ ਸੰਤ ਹਾਰੇ, ਅਬ ਹਮ ਚੱਲੀ ਠਾकुर पहिहारे, जब हम सारणे प्रभु की आई, राखो प्रभु भावै मारे, सरनी आयो नाथ निधान, नाम प्रीत लागी मन भीतरे, मांगन काओ हारे दान, हारे चरण सरन गोबिंद दुख भंजना, दास अपने काओ नाम देवहो, दृसटे प्रभ धारहो, कृपा करे तारहो, ਭੁਜਾ ਗਹੇ ਭੂਪ ਤੇ ਕਾਢੇ ਲੇਵਹੋ। ਦੇਖੋ ਇਹਨਾਂ ਸ਼ਬਦਾਂ ਦਾ ਆਪਾਂ ਜਾਪ ਵੀ ਕਰ ਸਕਦੇ ਹਾਂ, ਪਰ ਦੇਖੋ ਜਾਪ ਕਰਨ ਵਾਲੇ ਪਾਸੇ ਤਾਂ ਆਪਾਂ ਪਿੱਛੇ ਹੀ ਬੜੇ ਆ। ਦਾਸ ਤਾਂ ਆਪ ਨਹੀਂ ਕਰਦਾ ਹਨਾ, ਤੇ ਇਸ ਕਰਕੇ ਉਹਦੇ ਤਾਂ ਆਪਾਂ ਲਾਈਨ 'ਚ ਹੀ ਨਹੀਂ ਆਉਂਦੇ ਜਾਪ ਕਰਨ ਵਾਲੀ ਦੇ ਵਿੱਚ। ਤੇ ਪਰ ਇਹਨਾਂ ਸ਼ਬਦਾਂ ਦਾ ਆਪਾਂ ਜਾਪ ਕਰੀਏ, ਅਭਿਆਸ ਕਰੀਏ, ਤੇ ਫਿਰ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਹੁਤ ਹੀ ਜ਼ਿਆਦਾ ਰੱਖਿਆ ਹੁੰਦੀ ਹੈ ਬੇਨਤੀਆਂ ਕਰਨੇ ਵਾਸਤੇ। ਤੇ ਬੜੇ ਹੀ ਪਿਆਰੇ ਸ਼ਬਦ ਹੈ, ਬੜਾ ਹੀ ਇਹਨਾਂ ਦੇ ਵਿੱਚ ਰਸ ਹੈ, ਬੜਾ ਹੀ ਆਨੰਦ ਹੈ ਇਹਨਾਂ ਨੂੰ ਪੜ੍ਹਨ ਦੇ ਵਿੱਚ, ਇਹਨਾਂ ਨੂੰ ਗਾਉਣ ਦੇ ਵਿੱਚ। ਇਹੋ ਜਿਹੇ ਮਹਾਰਾਜ ਦੀ ਕਿਰਪਾ ਕਰਕੇ ਆਪਾਂ ਨੂੰ ਸ਼ਬਦ ਦਿੱਤੇ ਹੈ। ਜੇ ਹੁਣ ਜਿਹੜਾ ਸ਼ਬਦ ਪੜਿਆ ਸੀਗਾ, ਆਹਾ ਹੁਣੇ ਜਿਹੜਾ ਪੜਿਆ ਇਹ ਦੁਬਾਰਾ ਪੜੋ, ਕਿੰਨੇ ਐਸਾ ਆਨੰਦ ਹੈ ਬਾਣੀ ਦੇ ਵਿੱਚ। ਜਿਹੜਾ ਤੋਂ ਪਹਿਲਾਂ ਸੀਗਾ ਹਰੇ ਚਰਨ ਸਰਨ, ਸਾਰੇ ਚਰਨ ਹਰੇ ਚਰਨ ਸਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕਉ ਨਾਮੁ ਦੇਵਹੁ, ਦ੍ਰਿਸਟੇ ਪ੍ਰਭ ਧਾਰਹੁ, ਕਿਰਪਾ ਕਰੇ ਤਾਰਹੁ, ਭੁਜਾ ਗਹੇ ਕੂਪ ਤੇ ਕਾਢੇ ਲੇਵਹੁ, ਰਾਖਹੁ ਆਪਣੀ ਭੁਜਾ ਗਹੇ ਕੂਪ ਤੇ ਕਾਢੇ ਲੇਵ। ਭੁਜਾ ਗਹੇ, ਭੁਜਾ ਕਹਿੰਦੇ ਬਾਂਹ ਨੂੰ, ਗਹੇ ਪਕੜ ਕੇ। ਮਹਾਰਾਜ ਦਾਸ ਅਰਦਾਸ ਵੇਖੋ ਐਸੀ ਹੈ, ਮਹਾਰਾਜ ਦਾਸ ਦੀ ਆਪ ਜੀ ਬਾਂਹ ਫੜ ਕੇ ਕੂਪ ਤੇ, ਕੂਪ ਹੁੰਦਾ ਖੂਹ, ਵੈਲ। ਬੰਦਾ ਕੋਈ ਵੈਲ ਦੇ ਵਿੱਚ ਡੁੱਬਿਆ ਹੋਵੇ, ਡੁੱਬਦਾ ਹੋਵੇ, ਉਵੇਂ ਆਪਾਂ ਵਿਕਾਰਾਂ ਦੇ ਵੈਲ ਦੇ ਵਿੱਚ, ਖੂਹ ਦੇ ਵਿੱਚ ਡੁੱਬੀ ਜਾਂਦੇ, ਡਿੱਗੀ ਜਾਂਦੇ, ਤੇ ਬਚਣ ਦਾ ਕੋਈ ਰਾਹ ਨਹੀਂ। ਤਾਂ ਪਰ ਜੇ ਕੋਈ ਬਾਂਹ ਫੜ ਕੇ ਹੈਲਪ ਕਰ ਦੇਵੇ ਤਾਂ ਫਿਰ ਬਚ ਜਾਈਦਾ ਨਾ। ਭੁਜਾ ਗਹੇ ਕੂਪ ਤੇ ਕਾਢੇ ਲੇਵਹੁ, ਆਪ ਜੀ ਮਹਾਰਾਜ ਦਾਸ ਨੂੰ ਕੱਢ ਲਵੋ ਬਾਂਹ ਫੜ ਕੇ। ਕਿਉਂ ਅਰਦਾਸਾਂ ਕਰੇ ਇਹਨਾਂ ਤੋਂ ਕੰਮ। ਰਾਖਹੁ ਆਪਣੀ ਸਰਣੇ ਪ੍ਰਭ ਮੋਹਿ ਕਿਰਪਾ ਧਾਰੇ, ਸੇਵਾ ਕਛੂ ਨ ਜਾਣਊ ਨੀਚੋ ਮੂਰਖਾਰੇ। ਦਸੀ ਕਹਾਂ ਪਰੇ ਜਾਂ ਕਿਸੇ ਹੋਰ ਨੇ ਪੜ੍ਹਨਾ ਸੀ? ਵੇਖ ਲਓ, ਕਿਸੇ ਨੇ ਪੜ੍ਹਨਾ ਤਾਂ ਵਧੀਆ, ਨਹੀਂ ਤਾਂ ਫਿਰ ਤੁਸੀਂ ਪੜ੍ਹੀ ਜਾਓ। ਪੜ੍ਹਦਾ ਤਾਂ ਵੇਖ ਲਓ। ਹਾਂ 10 ਪੜ੍ਹ ਲੈਂਦੇ। ਇਹ ਬੜੀ ਬੜੀ ਵਾਹਿਗੁਰੂ ਮੇਰੀ ਜਪਾ ਤੇ ਕਮੀਨੀ, ਪਾ ਤੇ ਕਮੀਨੀ, ਪੋਛਾ ਜਨਮ ਹਮਾਰਾ, ਤੁਮ ਨਾਗਤੇ ਰਾਜਾ ਰਾਮਚੰਦ, ਕਾਹੇ ਰਾਵਿਦਾਸ ਚਮਾਰਾ। ਅਜਪਾ ਜਾਪ ਪੂਰਨ
ਬ੍ਰਹਮ ਜੀ ਦੇ ਅਵਤਾਰ ਭਗਤ ਸ੍ਰੀ ਰਾਵਿਦਾਸ ਸਾਹਿਬ ਜੀ ਆਪਣੇ ਨਿਰਗੁਣ ਸਰੂਪ ਜੀ ਦੁਆਰਾ ਕੋਟਾਨ ਕੋਟ ਬ੍ਰਹਮੰਡਾਂ ਦੇ ਰਚਨਹਾਰ ਹੁੰਦਿਆਂ ਘਣੀ ਨਿਮਰਤਾ ਸਹਿਤ ਭਾਉ ਭਗਤੀ ਕਰਨ ਦੀ ਜਾਚ ਬਖਸ਼ ਕੇ ਸੜਦੇ ਬਲਦੇ ਹਿਰਦਿਆਂ ਨੂੰ ਠਾਰ ਰਹੇ ਹਨ। ਆਪ ਜੀ ਅਕਾਲ ਪੁਰਖ ਜੀ ਦੇ ਸਨਮੁਖ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੇਰੀ ਦਾਸਨ ਦਾਸ ਚਮਿਆਰ ਦੀ ਨੀਵੇਂ ਕਰਮ ਕਰਨੇ ਕਰਕੇ ਕਮੀਨੀ ਨੀਚ ਜਾਤ ਹੈ। ਨੀਚ ਕਰਮ ਕਰਨ ਵਾਲਿਆਂ ਦੀ ਭਾਂਤ ਪੰਗਤੀ ਵੀ ਕਮੀਨੀ ਨੀਚ ਹੈ, ਜਿਸ 'ਚ ਦਾਸਨ ਦਾਸ ਬੈਠਦਾ ਹੈ। ਅਤਿ ਨੀਚ ਕੰਮ ਕਰਨੇ ਕਰਕੇ ਹਮਾਰਾ ਦਾਸਨ ਦਾਸ ਦਾ ਸਾਰਾ ਜਨਮ ਹੀ ਓਛਾ ਤੁੱਛ ਨਿਕੰਮਾ ਵਿਅਰਥ ਹੈ। ਭਗਤ ਰਾਵਿਦਾਸ ਸਾਹਿਬ ਜੀ ਕਾਹੇ ਫੁਰਮਾਉਂਦੇ ਹਨ, ਹੇ ਰਾਜਾ ਰਾਮਚੰਦ, ਵਾਹਿਗੁਰੂ ਜੀ, ਦਾਸਨ ਦਾਸ ਚਮਾਰਾ ਚਮਿਆਰ ਤੁਮ ਆਪ ਜੀ ਦੀ ਸ਼ਰਨ ਆ ਗਾਤੇ ਸ਼ਰਨ 'ਚ ਆ ਕੇ ਗਾਤੇ ਪ੍ਰਾਪਤ ਹੋਇਆ ਹੈ। ਇਸ ਲਈ ਸ਼ਰਨ ਪਏ ਦੀ ਲੱਜਿਆ ਰੱਖੋ ਜੀ। ਯਥਾ ਸਰਨੇ ਪਰੇ ਕੀ ਰਾਖੁ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਵਾਹਿਗੁਰੂ ਅਨੇਕ ਜਨਮ ਪਾਪ ਕਰ ਇੱਥੇ ਪਰ ਵਿਸ਼ਰਾਮ ਰੁਕੋ। ਹਾਂਜੀ, ਕਿਸੇ ਪ੍ਰੇਮੀ ਨੂੰ ਕੋਈ ਸਵਾਲ ਹੋਵੇ ਇੱਥੇ ਜੀ ਤਾਂ ਆਪਾਂ ਵਿਚਾਰ ਲਈਏ। ਵੀਰ ਜੀ ਪੰਕਤੀ ਕੀ ਸੀ? ਪਾਂ ਤੇ ਪੰਕਤੀ ਹਾਂਜੀ, ਤੇ ਨਾ, ਨੀਚ ਕਰਮ ਕਰਨ ਵਾਲਿਆਂ ਦੀ ਪਾਂ ਤੇ ਪੰਕਤੀ ਵੀ ਕਮੀਨੀ ਨੀਚ ਹੈ। ਪੰਕਤੀ ਕੀ ਆ? ਜਿਹੜੀ ਪੰਗਤੀ ਹੁੰਦੀ ਹੈ ਉਹ ਹੁੰਦੀ ਹੈ ਵੀ ਜਿਵੇਂ ਇੱਕ ਜਾਤ ਹੁੰਦੀ ਹੈ ਨਾ, ਇੱਕ ਉਹਦੀ ਜਾਤ ਦੀ ਸਬ ਕੈਟੇਗਰੀ ਥੱਲੇ ਵਾਲੀ ਜਿਹੜੀ ਹੁੰਦੀ ਹੈ ਉਹ ਪੰਗਤੀ, ਇਹਨਾਂ ਦੇ ਵਿੱਚ ਬੰਦੇ ਬੈਠਦੇ। ਜਿਵੇਂ ਇੱਕ ਜਾਤ ਤਾਂ ਹੋ ਗਈ, ਮੰਨ ਲਓ ਵੀ ਜੱਟ ਜਾਤ ਹੋ ਗਈ ਹੈ ਨਾ, ਫਲਾਣੇ ਜੱਟ ਹੈ। ਉਹਨਾਂ ਦੇ ਵਿੱਚ ਗੋਤ ਹੋ ਗਏ, ਵੀ ਸਿੱਧੂ ਹੋ ਗਿਆ, ਕੋਈ ਬਰਾੜ ਹੋ ਗਿਆ, ਪਿੱਛੋਂ ਤਾਂ ਇਹ ਹੈ ਤਾਂ ਸਾਰੇ ਜਾਤੀ ਇਹਨਾਂ ਦੀ ਜੱਟ ਹੈ, ਜੱਟ ਜਾਤੀ ਦੇ ਹੈ। ਫਿਰ ਇਹਨਾਂ ਦੀ ਪੰਗਤੀਆਂ ਹੋ ਗਈਆਂ, ਕੋਈ ਸਿੱਧੂ ਬਰਾੜ ਹੋ ਗਿਆ, ਕੋਈ ਕੁਛ ਹੋ ਗਿਆ, ਕੋਈ ਗਿੱਲ ਹੋ ਗਿਆ, ਕੋਈ ਧਾਲੀਵਾਲ ਹੋ ਗਿਆ, ਕੋਈ ਧਨੋਆ ਹੋ ਗਿਆ, ਕੋਈ ਰੰਧਾਵਾ ਹੋ ਗਿਆ। ਬਾਕੀ ਸਾਰੇ ਜਿਹੜੀਆਂ ਇਹਨਾਂ ਦੀਆਂ ਸਬ ਡਿਵੀਜ਼ਨਾਂ ਜੀ ਆ ਕੇ ਥੱਲੇ ਉਹਨਾਂ ਨੂੰ ਪੰਗਤੀ ਕਰਦੇ। ਸਮਝ ਗਏ? ਵੈਸੇ ਜੇ ਪੰਗਤੀ ਦਾ ਤੁਸੀਂ ਐਗਜ਼ੈਕਟ ਅਰਥ ਪੁੱਛਣਾ ਹੈ ਵੀ ਉਹਦਾ ਅਰਥ ਕੀ ਹੈ, ਬਿਲਕੁਲ ਉਹਦਾ ਇਹ ਹੈ ਵੀ ਪੰਗਤੀ ਕਹਿੰਦੇ ਹੈ ਲਾਈਨ ਨੂੰ, ਆਪਾਂ ਕਹਿੰਦੇ ਨਾ ਵੀ ਲਾਈਨ। ਪਹਿਲਾਂ ਕੀ ਹੁੰਦਾ ਸੀ ਵੀ ਜੇ ਕਿਸੇ ਨੇ ਲੰਗਰ ਛਕਣਾ ਤਾਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਪੰਗਤੀਆਂ ਲੱਗਦੀਆਂ ਸੀ, ਜਾਂ ਇਹ ਫਲਾਣੇ ਬੰਦੇ ਹੈ, ਫਲਾਣੇ ਬੰਦੇ ਹੈ, ਫਲਾਣੇ ਬੰਦੇ ਹੈ। ਤਾਂ ਫਿਰ ਉਹਨੂੰ ਕਹਿੰਦੇ ਸੀ ਜਿਹੜੀ ਪੰਗਤੀ ਚੋਂ ਬੰਦਾ ਬੈਠਦਾ ਹੈ ਵੀ ਫਲਾਣਾ ਤੇਰੀ ਇਹ ਪੰਗਤੀ। ਇੱਕ ਹੋਰ ਵੀ ਹੈ ਵੀ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਨਾ ਪਹਿਲਾਂ, ਵੀ ਜਿਵੇਂ ਮੰਨ ਲਓ ਵੀ ਵੈਸੇ ਗੋਤ ਵੀ ਜਿਹੜੇ ਇਸ ਤਰ੍ਹਾਂ ਹੀ ਚੱਲੇ ਪਏ ਆ ਸਾਰੇ, ਇਹ ਵੀ ਇੱਕ ਤਰ੍ਹਾਂ ਦੀਆਂ ਪੰਗਤੀ ਪਿੰਡਾਂ ਦੇ ਵਿੱਚ। ਮੰਨ ਲਓ ਵੀ ਜਿਵੇਂ ਐਗਜ਼ਾਮਪਲ ਵਾਸਤੇ ਸਾਡੇ ਪਿੰਡ ਦਾ ਐਗਜ਼ਾਮਪਲ ਵੀ 4 ਬਜ਼ੁਰਗ ਆਏ, ਕਦੋਂ ਆਏ, 1920 ਦੇ ਵਿੱਚ ਮੰਨ ਲਓ 4 ਬਜ਼ੁਰਗ ਆ ਗਏ। ਅੱਜ ਉਹਨਾਂ ਨੂੰ ਉੱਥੇ ਵਸਿਆ ਨੂੰ 100 ਸਾਲ ਤੋਂ ਉੱਤੇ ਹੋ ਗਿਆ। ਉਹ ਕਿਸੇ ਟਾਈਮ 4 ਆਏ ਸੀਗੇ ਤੇ ਅੱਜ ਉਹਨਾਂ ਦੇ 5-6 ਪੀੜ੍ਹੀਆਂ ਅੱਗੇ ਹੋ ਗਈਆਂ, ਦਾਦੇ, ਉਹਨਾਂ ਦੇ ਪੜਦਾਦਿਆਂ ਦੇ ਪੋਤਿਆਂ ਦੇ ਪੋਤੇ ਗਾਹ ਹੋ ਗਏ ਹਨ। ਤੇ ਉਹ ਫਿਰ ਉਹਨਾਂ ਦੀਆਂ 4 ਪੰਗਤੀਆਂ ਬਣ ਗਈਆਂ ਪਿੰਡ ਦੇ ਵਿੱਚ। ਜਾਤੀ ਦਾ ਚਾਹੇ ਉਹ ਸਾਰੇ ਇੱਕੋ ਹੀ ਜਾਤੀ ਦੇ ਹੋਏ, ਵੀ ਸਾਰੇ ਜੱਟ ਸਿੱਖ ਹੋਏ ਜਾਂ ਸਾਰੇ ਸਿੱਧੂ ਹੋਏ, ਪਰ ਸਿੱਧੂਆਂ ਦੇ ਵਿੱਚ ਵੀ ਫਿਰ 4 ਪੰਗਤੀਆਂ ਹੋ ਗਈਆਂ ਨਾ ਉਹਨਾਂ ਤੋਂ, ਤਾਂ ਵੱਖਰੀਆਂ ਵੱਖਰੀਆਂ। ਇੱਕ ਮੰਨ ਲਓ ਪਿੰਡ ਦੇ ਸੱਜੇ ਪਾਸੇ ਰਹਿੰਦੇ, ਇੱਕ ਖੱਬੇ ਪਾਸੇ ਰਹਿੰਦੇ, ਇੱਕ ਈਸਟ ਰਹਿੰਦੇ, ਇੱਕ ਵੈਸਟ ਰਹਿੰਦੇ। ਠੀਕ ਹੈ ਗੱਲ ਕਿ ਨਹੀਂ? ਹਾਂਜੀ।
ਭਾਜੀ ਇੱਥੇ ਲਿਖਿਆ ਹੋਇਆ ਗਾਤੇ ਪ੍ਰਾਪਤ ਹੋਇਆ ਹੈ, ਉਹਦਾ ਮਤਲਬ ਕੀ ਹੁੰਦਾ ਜੀ? ਜਿਵੇਂ ਇੱਥੇ ਲਿਖਿਆ ਸਰਣਾਗਤੇ, ਸਰਣ ਦੇ ਪਲੱਸ ਆ ਲਿਖਿਆ ਹੈ ਤੇ ਗਾਤੇ ਲਿਖਿਆ ਹੈ। ਵੀ ਸ਼ਰਨ ਚ ਆ ਕੇ ਇਹਨੂੰ ਤਿੰਨ ਅੱਖਰਾਂ ਚ ਤੋੜਿਆ ਹੈ। ਜਿਵੇਂ ਆਪਾਂ ਕਹਿੰਦੇ ਫਲਾਣਾ ਬੰਦਾ ਆ ਕੇ ਮਿਲਿਆ ਹੈ, ਤਾਂ ਸ਼ਰਨ ਆ ਗਾਤੇ, ਗਤ ਦਾ ਅਰਥ ਹੁੰਦਾ ਪ੍ਰਾਪਤ ਹੋਇਆ। ਇਹ ਸ਼ਰਨ ਨੂੰ ਆ ਕੇ ਪ੍ਰਾਪਤ ਹੋਇਆ, ਇਹ ਸ਼ਰਨ ਦੇ ਵਿੱਚ ਟਿਕ ਗਿਆ। ਸ਼ਰਨ ਆ ਗਾਤੇ, ਤਾਂ ਗਤ ਦੇ ਅਰਥ ਕਈ ਹੁੰਦੇ, ਅਵਸਥਾ ਵੀ ਹੁੰਦਾ ਹੈ, ਗਤ ਦਾ ਅਰਥ ਗਤੀ ਚਾਲ ਵੀ ਹੁੰਦਾ ਹੈ, ਗਤ ਦਾ ਅਰਥ ਆ ਵੀ ਹੁੰਦਾ ਹੈ ਜਿਹੜਾ ਹੁਣ ਪ੍ਰਾਪਤ ਹੋਣਾ, ਵੀ ਗਤ ਦਾ ਅਰਥ ਮੁਕਤੀ ਵੀ ਹੁੰਦਾ ਹੈ। ਤੇ ਇਸ ਕਰਕੇ ਗਤ ਦੇ ਅਰਥ ਕਈ ਹੁੰਦੇ, ਪਰ ਉਹਨਾਂ ਚੋਂ ਇੱਕ ਅਰਥ ਹੈ ਪ੍ਰਾਪਤ ਹੋਣਾ ਕੋਈ ਚੀਜ਼ ਗਤ। ਤਾਂ ਉਹ ਸ਼ਰਨ ਆ ਗਾਤੇ, ਆ ਸ਼ਰਨ ਚ ਆ ਕੇ ਪ੍ਰਾਪਤ ਹੋਇਆ, ਆ ਕੇ ਆਪਦੇ ਕੋਲੋਂ ਲਾ ਲੈਣਾ, ਗਤ ਦਾ ਅਰਥ ਪ੍ਰਾਪਤ ਹੋਇਆ, ਸ਼ਰਨ ਨੂੰ ਪ੍ਰਾਪਤ ਹੋਇਆ ਮਤਲਬ। ਹਾਂਜੀ। ਤੇ ਕੜਾ ਜੀ? ਹਾਂਜੀ, ਪਰ ਹੁਣ ਨਾਲ ਹੋਰ ਕੀ ਹੈ ਆਪਣੇ, ਇੱਕ ਸਵਾਲ ਹੋਰ ਵੀ ਲਿਖਿਆ ਆਇਆ, ਲਿਖਿਆ ਆਇਆ ਸੀ। ਉਹ ਜੇ ਉਹ ਪੁੱਛਿਆ ਸੀ ਜੇ ਜਿਹੜੀ ਪੰਗਤੀ ਹੁੰਦੀ ਹੈ ਜੇ ਉਹ ਸਬ ਕਾਸਟ ਹੁੰਦਾ ਹੈ? ਹਾਂਜੀ, ਸਬ ਕਾਸਟ ਕਹਿ ਸਕਦੇ ਜੀ, ਸਬ ਕਾਸਟ ਹੁੰਦੀ ਹੈ। ਉਹ ਮੈਂ ਅੱਡ ਅੱਡ ਐਗਜ਼ਾਮਪਲ ਦਿੱਤੇ, ਮਤਲਬ ਸਦਾ ਕੋਈ ਇੱਕ ਚੀਜ਼ ਨਹੀਂ ਹੁੰਦੀ ਪੰਕਤੀ, ਹਨਾ। ਹਮੇਸ਼ਾ ਜਿਵੇਂ ਕਿਸੇ ਦੀ ਕੁਛ ਹੋਊਗਾ ਹਨਾ, ਕਿਸੇ ਦਾ ਕੁਛ ਹੋਊਗਾ। ਕਈ ਥਾਵਾਂ ਤੇ ਸਬ ਕਾਸਟ ਨੂੰ ਪੰਕਤੀ ਕਵਾਂਗੇ, ਕਿਸੇ ਥਾਵਾਂ ਤੇ ਕੋਈ ਡਿਵੀਜ਼ਨ ਨੂੰ ਕਹਿ ਦਾਂਗੇ। ਜਿਵੇਂ ਇੱਕ ਰੈਜੀਮੈਂਟ ਹੋਵੇ, ਉਹਦੀਆਂ 4 ਡਿਵੀਜ਼ਨਾਂ ਹੋਣ ਅੱਗੇ ਮੰਨ ਲਓ, ਤੇ ਉਹਨੂੰ ਆਪਾਂ ਪੰਕਤੀਆਂ ਕਹਿ ਸਕਦੇ ਹਾਂ, 4 ਪੰਕਤੀਆਂ। ਸਬ ਕਾਸਟ ਕੋਈ ਜਿਹੜੀ ਥੱਲੇ ਗਾਂ ਵਾਲੀ ਚੀਜ਼ ਹੁੰਦੀ ਉਹਨੂੰ ਕਹਿੰਦੇ ਪਾਂਤ। ਪਾਂਤ ਦਾ ਅਰਥ ਹੀ ਹੁੰਦਾ ਵੀ ਲਾਈਨ ਜਾਂ ਡਿਵੀਜ਼ਨ। ਓਕੇ ਜੀ। ਹਾਂਜੀ, ਚਲੀਏ ਅੱਗੇ। ਵਾਹਿਗੁਰੂ। ਇਹ ਜੇ ਯਾਦ ਕਰ ਲਵੋ ਤਾਂ ਇਹਦੇ ਨਾਲ ਦੀ ਰੀਸ ਨਹੀਂ। ਅਨੇਕ ਜਨਮ ਪਾਪ ਕਾਰੇ ਭਰਮੇ, ਹੁਣ ਤਾਂ ਸਰਨਾਗਤ ਆਏ, ਦਇਆ ਕਰੋ ਰਾਖੇ ਲੈ ਉਹ ਹਰਿ ਜੀਓ, ਹਮ ਲੱਗ ਹਸਾਤੇ ਗੁਰ ਪਾਏ। ਅੱਛਾ, ਇਹ ਗੱਲ ਇਹ ਹੈ ਵੀ ਇੱਕ ਨਾ ਕਿਤਾਬ ਸੀ ਕਿਸੇ ਕੋਲੇ, ਤੇ ਉਹ ਕਿਤਾਬ ਬੜੀ ਅਮੋਲਕ ਸੀਗੀ, ਬੜਾ ਵਧੀਆ ਉਹਦੇ ਵਿੱਚ ਦੇਸ਼ ਲਿਖਿਆ ਹੋਇਆ ਸੀਗਾ, ਤੇ ਬੜੇ ਤਗੜੇ ਮੰਤਰ ਸੀਗੇ ਉਹਦੇ ਵਿੱਚ। ਇਹੋ ਜਿਹੇ ਮੰਤਰ ਸੀਗੇ ਵੀ ਉਹ ਮੰਤਰ, ਜਿਵੇਂ ਕਿਸੇ ਨੇ ਬਲੈਕ ਮੈਜਿਕ ਜਾਂ ਕੁਛ ਇਹ ਜਿਹਾ ਸੁਣਿਆ, ਤੇ ਉਹਨਾਂ ਨੂੰ ਮੰਤਰ ਕਹਿੰਦੇ ਹਨ, ਕਿ ਜਿਹੜੀਆਂ ਚੀਜ਼ਾਂ ਅਸਰ ਪਾ ਦੇਣ ਦੂਜੇ ਤੇ ਕਿਸੇ ਦਾ ਦਿਮਾਗ ਬਦਲ ਦੇਣ ਜਾਂ ਕੁਛ ਹੋਰ ਕਰ ਦੇਣ, ਇਸ ਤਰ੍ਹਾਂ। ਉਵੇਂ ਮੰਤਰ ਜਿਹੜੇ ਸੀਗੇ, ਇਸ ਤਰ੍ਹਾਂ ਦੇ ਮੰਤਰ ਸੀਗੇ ਉਹਨਾਂ ਨੂੰ। ਤੇ ਉਹ ਕਿਤਾਬ ਦੇ ਵਿੱਚ ਮੰਤਰ ਸਾਰੇ ਲਿਖੇ ਹੋਏ ਸੀ। ਤੇ ਅੱਜ ਕੱਲ ਤਾਂ PDF ਬਣ ਜਾਂਦੀਆਂ, ਪਰ ਪਹਿਲਾਂ PDF ਨਹੀਂ ਹੁੰਦੀ ਸੀ। ਜੇ ਅੱਜ ਕੱਲ ਦਾ ਜ਼ਮਾਨਾ ਹੁੰਦਾ ਤਾਂ ਚਲੋ ਉਹਨੇ PDF ਬਣਾ ਲੈਣੀ ਸੀ। ਤਾਂ ਉਹ ਬੰਦੇ ਨੇ ਕੀ ਕੀਤਾ, ਉਹ ਕਿਤਾਬ ਨੂੰ ਪਤਾ ਲੱਗਿਆ ਵੀ ਇਹਦੇ ਵਿੱਚ ਮੰਤਰ ਬੜੇ ਆ, ਤੇ ਇਹ ਮੰਤਰ ਪਾਵਰਫੁਲ ਵੀ ਨੇ, ਤੇ ਉਹਨੇ ਉਹ ਕਿਤਾਬ ਲੈ ਆਂਦੀ ਘਰੇ, ਤੇ ਉਹਨੂੰ ਲਿਆ ਕੇ ਤੇ ਉਹਨੇ ਆਪਦੇ ਸਰਾਣੇ ਥੱਲੇ ਰੱਖ ਲਈ। ਸਰਾਣੇ ਥੱਲੇ ਰੱਖ ਲਈ, ਤੇ ਉਹ ਰੋਜ਼ ਨਾ ਰਾਤ ਨੂੰ ਪੈਣ ਲੱਗਿਆ ਉਹਨੂੰ ਸਰਾਣੇ ਥੱਲੇ ਰੱਖ ਲਿਆ ਕਰੇ। ਵੀ ਉਹਦਾ ਖਿਆਲ ਸੀਗਾ ਵੀ ਇਹ ਜਿਹੜੇ ਨਾ ਮੈਂ ਮੰਤਰ ਕਿਸੇ ਦਿਨ ਵਰਤੂੰਗਾ, ਕਿਸ ਦਿਨ ਵਰਤੂੰਗਾ। ਇਉਂ ਕਰਦੇ ਕਰਦੇ ਉਹਨੇ ਕਿਸ ਦਿਨ ਵਰਤੇ ਤਾਂ ਨਾ, ਤੇ ਫਿਰ ਉਹ ਇਉਂ ਸਮਝਣ ਲੱਗ ਗਿਆ ਵੀ ਇਹ ਮੰਤਰ ਚੰਗੇ ਬੜੇ, ਇਹਨਾਂ 'ਚ ਤਾਕਤ ਬੜੀ ਹੈ, ਇਹਨਾਂ 'ਚ ਮੰਤਰਾਂ ਦੇ ਵਿੱਚ ਜ਼ੋਰ ਬੜਾ ਹੈ। ਬਸ ਇਸੇ ਖਿਆਲ ਦੇ ਵਿੱਚ ਉਹਦੀ ਜ਼ਿੰਦਗੀ ਲੰਘ ਗਈ ਸਾਰੀ। ਇਉਂ ਸੋਚਦੇ ਸੋਚਦੇ ਉਹ ਮੰਤਰ ਕਦੇ ਵਰਤੇ ਹੀ ਨਹੀਂ ਉਹਨੇ। ਤੇ ਉਹ ਹੁਣ ਸਰਾਣੇ ਰੱਖੀ ਵੀ ਚੀਜ਼ ਉਹਨੂੰ ਆਏ ਸੀ ਵੀ ਸ਼ਾਇਦ ਵੀ ਆਪੇ ਹੀ ਦਿਮਾਗ ਦੇ ਵਿੱਚ ਚਲੀ ਜਾਊਗੀ। ਸਰਾਣੇ ਤਾਂ ਰੱਖੀ ਸੀ ਉਹਨੇ ਵੀ ਮੈਨੂੰ ਆਪੇ ਹੀ ਮੰਤਰ ਸਾਰੇ ਯਾਦ ਹੋ ਜਾਣਗੇ, ਤੇ ਆਪੇ ਮੇਰੇ ਦਿਮਾਗ 'ਚ ਆ ਜਾਣਗੇ ਸਾਰੇ ਦੇ ਸਾਰੇ ਮੰਤਰ। ਜਦੋਂ ਦਿਮਾਗ 'ਚ ਮੇਰੇ ਆ ਗਏ ਤਾਂ ਫਿਰ ਮੈਨੂੰ ਕੋਈ ਮੰਤਰਾਂ ਦੀਆਂ ਜਿਹੜੀਆਂ ਕੋਈ ਕਾਲਾ ਜਾਦੂ ਜੂਦੂ ਹੈ, ਬਲੈਕ ਮੈਜਿਕ ਹੈ, ਜਿਹੜਾ ਕੁਛ ਹੈ ਮਿਲ ਵੀ ਜਾਊਗਾ। ਤੇ ਪਰ ਇਹੋ ਜਿਹੀ ਚੀਜ਼ ਉਹਦੇ ਸੋਚਣੀ ਸੀ ਨਾ ਇਹ ਸਾਰੀ,
ਪਰ ਰਿਐਲਿਟੀ ਦੇ ਵਿੱਚ ਇਹ ਜਿਹਾ ਕੁਝ ਹੁੰਦਾ ਹੈ ਨਹੀਂਗਾ। ਜਿਹੜੀ ਚੀਜ਼ ਸਰਾਣੇ ਰੱਖੀ ਹੈ, ਜੇ ਉਹਦੇ ਚ ਮੰਤਰ ਜਿਹੜੇ ਲਿਖੇ ਆ, ਜੇ ਤਾਂ ਉਹ ਕਦੇ ਖੋਲ ਕੇ ਪੜ੍ਹਦਾ ਉਹਨਾਂ ਨੂੰ, ਤੇ ਉਹ ਮੰਤਰਾਂ ਨੂੰ ਪੜ੍ਹਦਾ, ਵਾਰ-ਵਾਰ ਬੋਲਦਾ, ਉਹਨਾਂ ਦਾ ਅਭਿਆਸ ਕਰਦਾ, ਤਾਂ ਉਹ ਮੰਤਰ ਜਿਵੇਂ ਉਹਨੇ ਦੱਸੇ ਸੀਗੇ, ਜਿਹੜੇ ਮੰਤਰ ਤੇ ਲਿਖਾ ਕੇ ਲੈ ਕੇ ਆਇਆ ਸੀਗਾ, ਤਾਂ ਉਹਨਾਂ ਦਾ ਕੋਈ ਅਸਰ ਹੋਣਾ ਸੀ। ਤੇ ਪਰ ਫਿਰ ਕੋਈ ਅਸਰ ਨਹੀਂ ਹੋਇਆ, ਵਿਚਾਰੇ ਦੀ ਜ਼ਿੰਦਗੀ ਲੰਘ ਗਈ, ਉਹ ਕਦੇ ਅਜਮਾ ਨਾ ਸਕਿਆ ਉਹਨਾਂ। ਇਉਂ ਇਹ ਮੈਂ ਬੋਲੀ ਜਾਂਦਾ ਤੁਹਾਨੂੰ ਸਾਰਿਆਂ ਨੂੰ, ਤੇ ਤੁਸੀਂ ਸਾਰੇ ਮੰਤਰ ਲਿਖ ਲਿਖ ਕੇ ਆਪਦੇ ਕੋਲੇ ਰੱਖੀ ਜਾਂਦੇ ਹੋ, ਤੇ ਘਰੇ ਜਾ ਕੇ ਤੇ ਅੱਜ ਕੱਲ ਜਿਵੇਂ PDF ਬਣੀਆਂ ਵੀ ਆ, ਉਹ ਬਸ ਸਰਾਣੇ ਤੇ ਥੱਲੇ ਰੱਖਣ ਵਾਲੀ ਗੱਲ ਹੈ। ਆ ਹੁਣ ਘੰਟਾ ਕੁ ਸੁਣ ਲੈਂਦੇ ਹੋ, ਜਾਂ ਇਹ ਲੈਪਟਾਪ ਬੰਦ ਕਰਕੇ ਰੱਖ ਦਿੰਦੇ ਹੋ ਬਾਅਦ ਚੋਂ, ਤੇ ਅਸਲ ਜਿਹੜਾ ਕੰਮ ਹੈ ਉਹ ਕਰਦੇ ਕੋਈ ਨਹੀਂ। ਇਹਦਾ ਜਿੱਦਣ ਕਰੋਗੇ ਨਾ, ਉਦਣ ਪਤਾ ਲੱਗੂਗਾ ਵੀ ਇਹਨਾਂ ਚੀਜ਼ਾਂ ਦਾ ਅਸਰ ਕੀ। ਇਹਨਾਂ ਦੋ ਤੁਕਾਂ ਨੂੰ ਲੈ ਕੇ ਜਪਣ ਲੱਗ, ਨਹੀਂ ਤਾਂ ਇਉਂ ਹੀ ਉਹ ਸਰਾਣੇ ਜਿਵੇਂ ਕਿਤਾਬ ਰੱਖੀ ਹੋਵੇ ਤੇ ਉਹਦੇ ਦਿਮਾਗ 'ਚ ਮੰਤਰ ਨਹੀਂ ਵੜਦੇ ਨਾ, ਉਵੇਂ ਤੁਹਾਡੇ ਫੋਨ ਦੇ ਵਿੱਚ PDF ਪੋਥੀਆਂ ਦੀਆਂ ਰੱਖੀਆਂ ਹੋਈਆਂ, ਤੇ ਘਰੇ ਸੈਲਫਾਂ ਦੇ ਵਿੱਚ ਪੋਥੀਆਂ ਰੱਖੀਆਂ ਹੋਈਆਂ, ਇਹ ਤੁਹਾਡੇ ਦਿਮਾਗ 'ਚ ਨਹੀਂ ਜਾਣੀਆਂ। ਇਹਨਾਂ ਨੂੰ ਤਾਂ ਖੋਲ ਕੇ ਤੇ ਫਿਰ ਇਹਨਾਂ ਨੂੰ ਪੜ੍ਹਨਾ ਪਊਗਾ, ਤੇ ਪੜ੍ਹ ਕੇ ਤੇ ਫਿਰ ਜੋ ਇਹਨਾਂ 'ਚ ਲਿਖਿਆ ਉਹ ਤੇ ਅਮਲ ਕਰਨਾ ਪਊਗਾ। ਫਿਰ ਅਮਲ ਕਰਕੇ ਇਹਨਾਂ ਤੁਕਾਂ ਦਾ ਬਾਰ-ਬਾਰ ਅਭਿਆਸ ਕਰਨਾ ਪਊਗਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਾਣੀ ਦੀਆਂ ਤੁਕਾਂ, ਇਹਨਾਂ ਨੂੰ ਆਪਦੇ ਮਨ ਦੇ ਵਿੱਚ ਇਹ ਰੱਖਣਾ ਪਊਗਾ, ਜੜਾਉਣਾ ਪਊਗਾ, ਮਨ ਦੇ ਵਿੱਚ ਇਹਨਾਂ ਨੂੰ ਲਾਉਣਾ ਪਊ, ਉਤਾਰਨਾ ਪਊਗਾ ਅੰਦਰ, ਫਿਰ ਜਾ ਕੇ ਅਸਰ ਹੋਣਗੀਆਂ ਚੀਜ਼ਾਂ ਇਹਨਾਂ ਦਾ। ਤਾਂ ਇਸ ਕਰਕੇ ਭਾਈ ਇਹ ਤੁਕਾਂ ਯਾਦ ਕਰੋ, ਤੇ ਯਾਦ ਕਰਕੇ ਇਹਨਾਂ ਦਾ ਬਾਰ-ਬਾਰ ਜੀਵਨ ਦੇ ਵਿੱਚ ਅਭਿਆਸ ਕਰੋ। ਚਲੋ ਜੀ, ਪੜੋ। ਵਾਹਿਗੁਰੂ ਅਨੇਕ ਜਨਮ ਪਾਪ ਕਾਰੇ ਭਰਮੇ, ਹੋਣੇ ਤਾਉ ਸਰਨਾਗਤਿ ਆਏ। ਦਇਆ ਕਰਹੁ ਰਾਖੇ ਲੇਵਹੁ ਹਾਰੇ ਜੀਉ, ਹਮ ਲਾਗਹ ਸਤਿ ਗੁਰ ਪਾਏ। ਦਾਸਨ ਦਾਸ ਪਾਏ ਪੜ ਪਾਏ ਹਨ। ਹਾਂਜੀ, ਹਮ ਲਾਗਹ ਸਤਿ ਗੁਰ ਪਾਏ। ਦਾਸਨ ਦਾਸ ਨਿਰਗੁਣ ਨਿਮਾਣੇ, ਅਨੇਕ ਜਨਮ ਪਾਪ ਕਾਰੇ ਕਰਕੇ ਭਰਮੇ। ਹਾਂ ਭਰਮ ਭਰਮ ਕੇ ਹੋਣੇ ਤਾਉ ਆਪ ਜੀ ਦੀ ਸਰਣਾਗਤਿ ਸਰਣ ਚ ਆਏ। ਹਾਂ ਹੇ ਹਾਰੇ ਜੀਓ, ਆਪ ਜੀ ਦੀ ਸ਼ਰਨ ਆ ਕੇ ਸੰਗਤਾਂ ਸਮੇਤ ਹਮ ਦਾਸਨ ਦਾਸ ਸਤਿਗੁਰ ਸਾਹਿਬ ਜੀ ਦੇ ਪਰਮ ਪਵਿੱਤਰ, ਪਰਮ ਪੂਜਨੀਕ, ਮਹਾਨ ਪਰ ਉਪਕਾਰੀ ਪਾਏ ਚਰਨੀ ਲਾਗਹ ਲੱਗੇ। ਹਾਂ ਇਸ ਲਈ ਦਇਆ ਕਰੋ, ਦਾਸਨ ਦਾਸਾਂ ਨੂੰ ਸਦਾ ਲਈ ਵਿਕਾਰਾਂ ਔਗੁਣਾਂ ਤੋਂ ਰਾਖੇ ਲੇਵਹੁ ਲੈਣਾ ਕਰੋ ਜੀ। ਯਥਾ ਸਰਨੇ ਪਰੇ ਕੀ ਰਾਖੁ ਦਇਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਰਾਖੋ ਆਪਣੀ ਸਰਣੇ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਨਊ, ਨੀਚ ਮੂਰਖਾਰੇ। ਕਹੋ ਨਾਨਕ ਹਮ ਨੀਚ ਕਰਮਾ, ਸਰਣੇ ਪਰੇ ਕੀ ਰਾਖੋ ਸਰਮਾ। ਵਾਹਿਗੁਰੂ। ਅੱਗੇ ਕਿਸੇ ਹੋਰ ਪ੍ਰੇਮੀ ਨੇ ਪੜ੍ਹਨਾ ਜੀ। ਨਹੀਂ ਪੜ੍ਹਨਾ ਤਾਂ ਤੁਸੀਂ ਪੜ੍ਹ ਲਓ ਜੀ ਫਿਰ। ਵਾਹਿਗੁਰੂ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਾਰੇ ਰਾਖੋ ਰਾਖੋ ਵੱਡ ਵੱਡਾ ਹੈ। ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀਓ, ਦਾਸਨ ਦਾਸ ਆਪ ਜੀ ਦੀ ਪਰਮ ਪਵਿੱਤ ਸੱਤਾ ਨਾਲ ਦੇਖਦੇ, ਸੁਣਦੇ, ਜਿਉਂਦੇ, ਜਾਗਦੇ, ਸਵਾਸ ਲੈਂਦੇ ਹਾਂ। ਆਪ ਜੀ ਹੁਣ ਫਰਮਾ ਰਹੇ ਹੋ ਜੀ, ਹੇ ਵੱਡੇ ਤੋਂ ਵੱਡਾ, ਵੱਡੇ ਪ੍ਰਭ ਸਮਰੱਥ ਵਾਹਿਗੁਰੂ, ਹਾਰੇ ਸਰੂਪ ਸਤਿਗੁਰੂ ਰਾਮਦਾਸ, ਸਤਿਗੁਰੂ ਅਮਰਦਾਸ ਸਾਹਿਬ ਜੀਓ, ਹਮ ਦਾਸਨ ਦਾਸ ਗਰੀਬ ਤੋਂ ਮਸਕੀਨ ਗਰੀਬ ਤੇਰੇ, ਆਪ ਜੀ ਦਾ ਛੋਟੇ ਤੋਂ ਛੋਟਾ ਇਆਣਾ ਬੱਚਾ ਹੈ। ਕਿਰਪਾ ਕਰਕੇ ਕਾਮ ਕ੍ਰੋਧ ਜਮਾ ਜੂਨਾ ਆਦਿਕਾਂ ਤੋਂ ਰਾਖ ਕੇ ਆਪਣੀ
ਆਪਣੀ ਸ਼ਰਨ ਚ ਰਾਖ ਲਓ ਜੀ। यथा मेरे राम हम बारिक हारे प्रभ के हैं याणे, राखो अपनी सरणे प्रभ मोहे कृपा धारे, सेवा कछु न जानू नीच मूर्खारे। जन्ना ਇਹਦੇ ਵਿੱਚ ਨਾ ਹਾਂਜੀ ਜਾਨ ਊ ਨਹੀਂ ਕਹਿਣਾ, ਜਾਨ ਊ ਬੋਲੋ ਬਿਨਾ ਬਿੰਦੀ ਤੋਂ, ਐਵੇਂ ਹੀ ਨੱਕ ਜੇ ਚ ਬੋਲੀ ਜਾਂਦੇ ਹੋ ਊ। हाँ जी। सेवा कछु न जानू नीच मूर्खारे, नानक जन नानक नाम आधारो टेक है, हारे नामे ही सोखो मंडा है। ਵਾਹਿਗੁਰੂ ਨਾਨਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਨਮੁਖ ਕਹਿੰਦੇ ਹਨ, ਹੇ ਹਾਰੇ ਸਰੂਪ ਗੁਰੂ ਅਮਰਦਾਸ ਸਾਹਿਬ ਜੀ, ਜਨ ਦਾਸਨ ਦਾਸ ਨੂੰ ਆਪ ਜੀ ਦੇ ਨਾਮ ਜੀ ਦਾ ਆਧਾਰ ਇਸ ਲੋਕ ਚ ਟੇਕ ਓਟ ਪਰਲੋਕ ਚ ਹੈ। ਆਪ ਜੀ ਦੇ ਸ਼ੁਭ ਸੱਚੇ ਨਾਮੇ ਨੇ ਹੀ ਬ੍ਰਹਮਾਨੰਦ ਸੁਖ ਦਾਸਨ ਦਾਸ ਦੇ ਦਿਲ ਚ ਮੰਡਲ ਸਜਾਉਣਾ ਕੀਤਾ ਹੈ। ਵਾਹਿਗੁਰੂ ਪੂਜ ਲੱਗੈ ਪੀਰੁ ਆਖੀਐ, ਸਭ ਮਿਲੈ ਸੰਸਾਰ। ਇੱਥੇ ਵਿਸ਼ਰਾਮ ਦੇ ਲੋ, ਇਹ ਫਿਰ ਅੱਗੇ ਚਾਈ ਜਾਂਦਾ ਹੈ। ਇਹਦੇ ਇੱਕ ਵਾਰੀ ਅਰਥ ਦੁਬਾਰਾ ਵਿਚਾਰ ਲਓ, ਜੇ ਕਿਸੇ ਪ੍ਰੇਮੀ ਨੂੰ ਕੋਈ ਜਿੰਨੇ ਕੁ ਆਪਾਂ ਅਰਥ ਵਿਚਾਰੇ ਇਹਨਾਂ ਦੇ ਵਿੱਚ ਕੋਈ ਹੈ ਤਾਂ ਕਿਸੇ ਨੇ ਕੋਈ ਤਾਂ ਗੱਲ ਦੱਸਣੀ ਜਾਂ ਬੇਨਤੀ ਕਰਨੀ। ਕਈ ਪਦ ਮਹਿੰਗੇ ਹੁੰਦੇ ਆ, ਇਹਦੇ ਵਿੱਚ ਆਇਆ ਸੀ ਮੰਡਾ ਦਾ ਅਰਥ ਹੁੰਦਾ ਸਜਾਉਣਾ। ਮਸਕੀਨ ਦਾ ਅਰਥ ਕੀ ਹੁੰਦਾ ਜੀ? ਮਸਕੀਨ ਦਾ ਅਰਥ ਲਿਖਿਆ ਹੋਇਆ ਹੋਣਾ, ਮਸਕੀਨ ਦਾ ਅਰਥ ਗਰੀਬ ਹੁੰਦਾ ਜੀ। ਜੋ ਇੱਥੇ ਲਿਖਿਆ ਹੁੰਦਾ ਵੈਸੇ ਤਾਂ ਉਹਦਾ ਹੁੰਦਾ ਜਿਵੇਂ ਲਾਲ ਅੱਖਰਾਂ ਦੇ ਵਿੱਚ ਜਿਹੜੇ ਬ੍ਰੈਕਟ ਦੇ ਵਿੱਚ ਲਿਖਿਆ ਹੁੰਦਾ, ਉਹਦਾ ਸਾਹਮਣੇ ਕਈ ਵਾਰੀ ਅਰਥ ਉਹਦੇ ਐਗਜ਼ੈਕਟ ਸਾਹਮਣੇ ਉਹਦਾ ਅਰਥ ਲਿਖਿਆ ਹੁੰਦਾ। ਤੇ ਮਸਕੀਨ ਜਾਂ ਕਹੋ ਗਰੀਬ, ਗਰੀਬ ਮਸਕੀਨ ਬੰਦਾ ਉਹ ਹੁੰਦਾ ਜਿਹੜਾ ਹੰਬਲ ਹੁੰਦਾ, ਜਿਹੜਾ ਨਿਮਰਤਾ ਵਾਲਾ ਹੁੰਦਾ। ਨਿਮਰਤਾ ਪਤਾ ਕੀ ਹੁੰਦੀ ਹੈ? ਇੱਕ ਤਾਂ ਨਿਮਰਤਾ ਹੁੰਦੀ ਹੈ, ਨਿਮਰਤਾ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ। ਨਿਮਰਤਾ ਦੇ ਵਿੱਚ ਹੁੰਦੀ ਹੈ, ਦੇਖੋ ਆਪਾਂ ਨਿਮਰਤਾ ਦਾ ਭਾਵ ਹੈ ਵੀ ਦੂਜੇ ਨੂੰ ਆਪਾਂ ਮਿੱਠਾ ਬੋਲਣਾ। ਮਿੱਠਾ ਬੋਲਣਾ ਵੀ ਨਿਮਰਤਾ ਦਾ ਇੱਕ ਅੰਗ ਹੈ। ਇੱਕ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ, ਜਿਵੇਂ ਇੱਕ ਚੀਜ਼ ਨਿਮਰਤਾ ਦੇ ਵਿੱਚ ਹੈ ਵੀ ਮਿੱਠਾ ਬੋਲਣਾ, ਦੂਜੇ ਨੂੰ ਕਿਸੇ ਨੂੰ ਕੌੜਾ ਨਹੀਂ ਬੋਲਣਾ। ਨਿਮਰਤਾ ਦੇ ਵਿੱਚ ਹੁੰਦਾ ਹੈ ਸਭ ਤੋਂ ਜ਼ਿਆਦਾ ਕਬੀਰ ਸਭ ਤੇ ਹਮ ਬੁਰੇ, ਹਮ ਤਾਜੇ ਭਲੋ ਸਭ ਕੋਏ, ਜਿਹਨੇ ਐਸਾ ਕਾਰੇ ਬੂਝਿਆ ਮੀਤੋ ਹਮਾਰਾ ਸੋਏ। ਇਹ ਗੱਲ ਹੁੰਦੀ ਹੈ ਨਿਮਰਤਾ ਦੀ। ਇਹਦੇ ਵਿੱਚ ਹੁੰਦਾ ਹੈ ਵੀ ਕਬੀਰ ਸਭ ਤੇ ਹਮ ਬੁਰੇ। ਇਹ ਦਾਸਨ ਦਾਸ ਕਬੀਰ ਸਾਹਿਬ ਜੀ ਕਹਿੰਦੇ ਵੀ ਸਭ ਤੋਂ ਬੁਰਾ ਹੈ, ਵੀ ਆਪਦਾ ਮਨ ਹੀ ਸਭ ਤੋਂ ਬੁਰਾ ਹੈ। ਹਮ ਤਾਜੇ, ਦਾਸਨ ਦਾਸ ਨੂੰ ਛੱਡ ਕੇ, ਹਮ ਤਾਜੇ ਭਲੋ ਸਭ ਕੋਏ, ਸਾਰੇ ਹੀ ਭਲੇ ਹੈ। ਇਹ ਨਿਮਰਤਾ ਦੀ ਨਿਸ਼ਾਨੀ ਹੁੰਦੀ ਹੈ। ਨਿਮਰਤਾ ਵਾਲਾ ਬੰਦਾ ਆਵੇ ਤਾਂ ਆਪਾਂ ਕਹਿ ਦਿੰਦੇ ਹਾਂ ਨਹੀਂ ਠੀਕ ਹੈ ਜੀ, ਮੈਂ ਮਾੜਾ ਹੈ, ਮੈਂ ਇੱਕ ਹੁੰਦਾ ਨਿਮਰਤਾ ਦਾ ਅੰਦਰੋਂ ਭਾਵ ਇਸ ਤਰ੍ਹਾਂ ਦਾ ਹੁੰਦਾ, ਪਰ ਮੂੰਹ ਤੋਂ ਕਹਿਣ ਲੱਗਾਂਗੇ ਨਾ ਤਾਂ ਫਿਰ ਹੌਲੀ ਹੌਲੀ ਆਉਂਦਾ। ਨੀਵਾਂ ਰਹਿਣਾ, ਗਰੀਬ ਰਹਿਣਾ, ਹੋਵੇ ਚਾਹੇ ਸਾਰੇ ਗੁਣ ਹੀ ਉਹਦੇ ਕੋਲ ਹੋਣ, ਪਰ ਫਿਰ ਵੀ ਗੁਣ ਆਪਦੇ ਨਾ ਜਾਣੇ, ਮਹਾਰਾਜ ਦੇ ਦਿੱਤੇ ਵੀ ਜਾਣਦਾ ਹੈ। ਉਹਦੇ 'ਚ ਸਮਰਪਣ ਵੀ ਹੁੰਦਾ ਹੈ। ਸਮਰਪਣ ਨੂੰ ਕੀ ਕਵਾਂਗੇ ਇੰਗਲਿਸ਼ ਦੇ ਵਿੱਚ? ਡੈਡੀਕੇਟਡ ਜੀ। ਡੈਡੀਕੇਟਡ ਤਾਂ ਬੰਦਾ ਉਹ ਹੁੰਦਾ ਜਿਹੜਾ ਡੈਡੀਕੇਟਡ, ਸਮਰਪਣ ਨਹੀਂ ਹੁੰਦਾ। ਸਮਰਪਣ ਹੁੰਦਾ ਸੌਂਪ ਦੇਣਾ, ਹਨਾ, ਕਿਸੇ ਨੂੰ ਦੇ ਦੇਣਾ। ਡੈਡੀਕੇਟਡ ਤਾਂ ਆਪਾਂ ਕਹੀਏ ਕਿਸੇ ਬੰਦੇ ਨੂੰ ਵੀ ਜਿਹੜਾ ਲਗਨ ਵਾਲਾ ਹੁੰਦਾ, ਲੱਗਿਆ ਰਹਿੰਦਾ ਕੋਈ ਕੰਮ ਨੂੰ, ਉਹਨੂੰ ਆਪਾਂ ਕਹਿੰਦੇ ਹਾਂ ਡੈਡੀਕੇਟਡ ਬੰਦਾ। ਸੈਕਰੀਫਾਈਸ ਜੀ। ਚਲੋ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਸਮਰਪਣ ਹੁੰਦਾ ਜਿਵੇਂ ਨਾ, ਜਿਵੇਂ ਆਪਾਂ ਕੰਮ, ਹਾਂਜੀ, ਕਮਿਟਡ
ਕਮਿਟਡ ਹੁੰਦਾ ਵੀ ਉਹੀ ਜਿਹੜਾ ਲੱਗਿਆ ਰਹਿੰਦਾ ਹੈ ਨਾ, ਉਹ ਤਾਂ ਉਹ ਹੁੰਦਾ ਵੀ ਜਿਹੜਾ ਲੱਗਿਆ ਰਹਿੰਦਾ ਹੈ। ਉਹ ਸਮਰਪਿਤ ਦਾ ਅਰਥ ਨਹੀਂਗਾ ਇਹ ਵੀ ਜਿਹੜਾ ਬੰਦਾ ਜਿਹੜੇ ਨੇ ਆਪਦੇ ਆਪ ਨੂੰ ਸਮਰਪਿਤ ਵੀ ਕੀਤਾ ਨਾ, ਵੀ ਉਹਨੇ ਆਪਦੇ ਆਪ ਨੂੰ ਸਾਰਾ ਕੁਝ ਸੌਂਪ, ਤਨ ਮਨ ਧਨ ਸਭ ਸੌਂਪੇ ਗੁਰ ਕਉ। ਉਹਨੇ ਆਪਦਾ ਤਨ ਵੀ ਨਹੀਂ ਸਮਝਿਆ, ਉਹਨੇ ਆਪਦਾ ਮਨ ਵੀ ਨਹੀਂ ਸਮਝਿਆ। ਜਦੋਂ ਆਪਾਂ ਨੂੰ ਹੱਡ ਮਾਸ ਚੰਮ ਸਾਰਾ ਕੁਝ ਮਹਾਰਾਜ ਦਾ ਦਿੱਤਾ ਹੈ, ਫਿਰ ਆਪਾਂ ਇਹਦੀ ਹੰਗਤਾ ਕਾਹਦੀ ਕਰਨੀ ਹੈ? ਤਾਂ ਉਹ ਆਪਦਾ ਕੁਛ ਨਹੀਂ, ਜਿਹੜਾ ਬੰਦਾ ਆਪਦਾ ਕੁਛ ਨਹੀਂ ਸਮਝਦਾ ਨਾ, ਉਹਨੂੰ ਕਹੀਦਾ ਵੀ ਇਹ ਬੰਦਾ ਸਮਰਪਿਤ ਹੈ। ਕਮਿਟਡ ਤੇ ਖੈਰ ਇਹਨਾਂ ਦਾ ਅਰਥ ਹੋਰ ਹੀ ਪਾਸੇ ਚਲੀ ਜਾਂਦੇ ਹੈ। ਹਾਂ, ਸੈਕਰੀਫਾਈਸ ਵਾਲਾ ਥੋੜਾ ਅਰਥ ਨੇੜੇ ਚੱਲਿਆ ਜਾਂਦਾ, ਵੀ ਗੁਰੂ ਸਾਹਿਬ ਤੋਂ ਸੈਕਰੀਫਾਈ ਕਰ ਦਿੰਦਾ ਸਭ ਕੁਝ ਆਪਦਾ, ਤਨ ਮਨ ਧਨ। ਤੇ ਪਰ ਐਗਜ਼ੈਕਟ ਵਰਡ ਪਤਾ ਨਹੀਂ ਕੀ ਹੋਊਗਾ, ਇਹ ਤਾਂ ਹੁਣ ਸਿਆਣੇ ਬੰਦੇ ਹੀ ਜਾਣਦੇ। ਸਰੈਂਡਰ ਹਾਂਜੀ ਸਰੈਂਡਰ ਹੋ ਸਕਦਾ ਹੈ। ਤੇ ਵੀ ਸਰੈਂਡਰ ਕਰ ਦਿੰਦੇ ਆ ਨਾ, ਸਭ ਕੁਝ ਸਮਰਪਣ ਕਰ ਦੇਣਾ, ਮਹਾਰਾਜ ਨੂੰ ਸੌਂਪ ਦੇਣਾ, ਸਾਰਾ ਕੁਝ ਸਰੈਂਡਰ ਕਰ ਦੇਣਾ। ਤੇ ਇਹ ਸਮਰਪਣ ਦੀ ਨਿਸ਼ਾਨੀ ਹੁੰਦੀ ਹੈ ਇੱਕ ਵੱਡੀ ਨਿਮਰਤਾ ਵਾਲੇ ਦੀ। ਉਹ ਸਾਰਾ ਕੁਝ ਆਪਦਾ ਨਹੀਂ ਕੁਝ ਸਮਝਦਾ, ਉਹ ਗੁਰੂ ਸਾਹਿਬ ਦਾ ਸਮਝਦਾ, ਤਨ ਮਨ ਧਨ। ਤੇ ਨਾਲ ਜਿਹੜਾ ਹੈ ਹੋਰ ਵੀ ਨਿਮਰਤਾ ਦੀਆਂ ਨਿਸ਼ਾਨੀਆਂ ਇਹ ਹੁੰਦੀਆਂ, ਗਰੀਬੀ ਦੀਆਂ ਨਿਸ਼ਾਨੀਆਂ, ਵੀ ਉਹ ਕੌੜਾ ਨਹੀਂ ਬੋਲਦੇ, ਰੁੱਖਾ ਨਹੀਂ ਬੋਲਦੇ, ਤਨ ਮਨ ਧਨ ਸਾਰੇ ਗੁਣ ਮਹਾਰਾਜ ਦੇ ਸਮਝਦੇ ਹਨ। ਸਾਬੇ ਗੁਣ ਤੇਰੇ ਮੈਂ ਨਾਹੀ ਕੋਏ, ਇਉਂ ਹੀ ਉਹਨਾਂ ਦੀ ਭਾਵਨਾ ਹੁੰਦੀ ਹੈ। ਮੁਖ ਤੋਂ ਵੀ ਇਹ ਵੀ ਕਹਿੰਦੇ ਹੈ, ਤੇ ਸਦਾ ਦਾਸਨ ਦਾਸ ਗੁਰਸਿੱਖਾਂ ਦੇ ਸੇਵਕ ਬਣ ਕੇ ਰਹਿੰਦੇ ਹੈ, ਨਿਮਾਣੇ ਨਿਤਾਣੇ ਬਣ ਕੇ ਰਹਿੰਦੇ। ਤੇ ਇਹ ਇਤਿਆਦਕ ਸਾਰੇ ਗੁਣ ਹੁੰਦੇ ਉਹਨਾਂ ਦੇ ਵਿੱਚ। ਤੇ ਜਿਵੇਂ ਵੀ ਹੈ, ਬਾਕੀ ਅੱਗੋਂ ਫਿਰ ਅਗਲੇ ਹਫਤੇ ਕਰ ਲਵਾਂਗੇ। ਪਰ ਸਿੱਧਾ ਅੰਗਰੇਜ਼ੀ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਕੌਣ ਹੈ ਜਿਹੜਾ ਹੰਬਲ ਬੰਦਾ ਹੁੰਦਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਬੰਦਾ ਬੜਾ ਨਿਮਰਤਾ ਵਾਲਾ ਹੈ। ਪਰ ਇਹ ਤਾਂ ਸਿਰਫ ਹੁੰਦੀਆਂ ਨੇ ਡੈਫੀਨੇਸ਼ਨਾਂ ਹੁੰਦੀਆਂ, ਅਸਲ ਦੇ ਵਿੱਚ ਤਾਂ ਜਿਹੜੀ ਜਦੋਂ ਬੰਦਾ ਬਣਦਾ ਹੈ ਨਾ ਨਿਮਰਤਾ ਵਾਲਾ, ਸਤਿਗੁਰੂ ਜੀ ਕਿਰਪਾ ਕਰਕੇ ਜਿਹਨੂੰ ਬਣਾ ਦਿੰਦੇ ਹੈ, ਕਾਰੀ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੇ। ਤਾਂ ਜਿਨ੍ਹਾਂ ਦੇ ਹਿਰਦੇ ਤੇ ਕਿਰਪਾ ਕਰਕੇ ਗਰੀਬੀ ਵਸਾ ਦਿੰਦਾ, ਉਹੀ ਜਾਣਦਾ ਵੀ ਗਰੀਬੀ ਦਾ ਆਨੰਦ ਕੀ ਹੈ। ਜਦੋਂ ਤੁਸੀਂ ਗਰੀਬੀ ਦੇ ਵਿੱਚੋਂ ਨਾ ਨਿਮਰਤਾ ਦੇ ਵਿੱਚੋਂ, ਤਾਂ ਕੋਈ ਬੰਦਾ ਤੁਹਾਨੂੰ ਠੇਸ ਨਹੀਂ ਪਹੁੰਚਾ ਸਕਦਾ, ਕੋਈ ਬੰਦਾ ਤੁਹਾਨੂੰ ਹਰਟ ਨਹੀਂ ਕਰ ਸਕਦਾ, ਕੋਈ ਬੰਦਾ ਤੁਹਾਨੂੰ ਤੰਗ ਨਹੀਂ ਕਰ ਸਕਦਾ। ਕਿਉਂਕਿ ਕੁਛ ਵੀ ਹੋ ਗਿਆ, ਤੁਸੀਂ ਤਾਂ ਪਹਿਲਾਂ ਹੀ ਸਭ ਕੁਝ ਆਪਦਾ ਸਮਝਿਆ ਹੀ ਨਹੀਂ। ਜੇ ਆਪਾਂ ਆਪਦਾ ਕੁਝ ਸਮਝੀਏ ਤਾਂ ਫਿਰ ਆਪਾਂ ਫੇਰ ਹੀ ਸੋਚਦੇ ਹਾਂ ਨਾ ਵੀ ਮੈਨੂੰ ਕੋਈ ਹਰਟ ਕਰ ਗਿਆ ਜਾਂ ਮੈਨੂੰ ਕੋਈ ਮਾੜਾ ਕਹਿ ਗਿਆ। ਉਹ ਤਾਂ ਪਹਿਲਾਂ ਹੀ ਉਹ ਸੋਚਦੇ ਵੀ ਮੈਂ ਤਾਂ, ਜੇ ਹੁਣ ਮੰਨ ਲਓ ਜਿਹੜਾ ਨਿਮਰਤਾ ਵਾਲਾ ਪੁਰਖ ਹੈ, ਉਹਦੀ ਕੋਈ ਗਲਤੀ ਕੱਢੇ ਬਈ ਤੂੰ ਇਹ ਗਲਤ ਕੰਮ ਕੀਤਾ ਹੈ, ਉਹ ਹਰਟ ਨਹੀਂ ਹੁੰਦਾ ਉਹ ਗਲਤੀ ਤੋਂ। ਉਹ ਸੋਚਦਾ ਵੀ ਹਾਂ ਮੈਂ ਗਲਤ ਕੰਮ ਕੀਤਾ ਹੀ ਹੋਊਗਾ, ਇਹਦੇ 'ਚ ਕੋਈ ਸ਼ੱਕ ਨਹੀਂ। ਹਾਂ, ਪਰ ਉਹ ਜਿਵੇਂ ਇਉਂ ਵੀ ਨਹੀਂ ਵੀ ਜੇ ਨਜਾਇਜ਼ ਹੀ ਹੋਵੇ ਨਾ, ਜੇ ਉਹਦੇ ਗਲਤ ਕੰਮ ਨਾ ਵੀ ਕੀਤਾ ਹੋਵੇ, ਤਾਂ ਫਿਰ ਉਹ ਸਹਿਨਸ਼ੀਲਤਾ ਉਹਦੇ 'ਚ ਹੁੰਦੀ ਹੈ, ਉਹ ਗੱਲ ਨੂੰ ਸਹਿਨ ਕਰ ਲੈਂਦਾ ਹੈ। ਸਹਿਨਸ਼ੀਲਤਾ ਕੀ ਕਹਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ, ਵੀ ਟੋਲਰੈਂਸ ਪਾਵਰ ਹੁੰਦੀ ਹੈ, ਟੋਲਰੇਟ ਕਰ ਲੈਂਦਾ ਗੱਲ ਨੂੰ। ਤੇ ਉਹ ਕੋਈ ਉਹਦਾ ਰਿਸਪੌਂਸ ਨਹੀਂ ਕਰਦਾ, ਉਹ ਗੁੱਸੇ ਨਹੀਂ ਹੁੰਦਾ, ਉਹ ਤਾਂ ਗਾਲਾਂ ਨਹੀਂ ਕੱਢਦਾ, ਹਨਾ, ਈਰਖਾ ਨਹੀਂ ਕਰਦਾ ਉਹਨਾਂ ਤੇ ਇਤਿਆਦਕ ਇਹ ਸਾਰੇ ਗੁਣ ਜੀ ਨਿਮਰਤਾ ਦੇ ਵਿੱਚ ਹੀ ਆ ਜਾਂਦਾ ਸਾਰਾ ਕੁਛ ਹੀ। ਕਿਉਂਕਿ ਨਿਮਰਤਾ ਇੱਕ ਉਹ ਚੀਜ਼ ਹੈ ਜਿਹਦੇ ਜਿਹਦੇ ਕੋਲ ਨਿਮਰਤਾ ਹੈ ਉਹਦੇ ਕੋਲ ਸਭ ਕੁਛ ਹੈ। ਹਾਂ, ਕਿਉਂਕਿ ਹੰਕਾਰ ਤੋਂ ਉਲਟ ਜਿਹੜੀ ਚੀਜ਼ ਖੜੀ ਹੈ ਉਹ ਨਿਮਰਤਾ ਖੜੀ ਹੈ। ਹੰਕਾਰ ਹੈ ਇੱਕ ਪਾਸੇ ਤੇ ਦੂਜੇ ਪਾਸੇ ਨਿਮਰਤਾ ਹੈ। ਗਰੀਬੀ ਗਦਾ ਹਮਾਰੀ, ਗਦਾ ਸ਼ਸਤਰ ਹੈ ਨਾ। ਇਸ ਕਰਕੇ ਸਤਿਗੁਰੂ ਜੀ ਕਿਰਪਾ ਕਰਨ ਫਿਰ ਅਗਲੇ ਹਫਤੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰਿ ਰਾਖ ਰਾਖ ਵੱਡ ਵੱਡਾ ਹੈ। ਮਹਾਰਾਜ ਕਿਰਪਾ ਕਰਕੇ ਆਪਾਂ ਨੂੰ ਰੱਖ ਲੈਣ। ਤੇ ਹੋਰ ਕਿਸੇ ਪ੍ਰੇਮੀ ਨੂੰ ਕੋਈ ਸਵਾਲ ਹੈ ਤਾਂ ਦੱਸੋ ਜੀ, ਫਿਰ ਨਹੀਂ ਚੱਲੀਏ। ਭਾਜੀ ਜਿਹੜਾ ਸ਼ਬਦ ਦਿੱਤਾ ਸੀਗਾ ਉਹ ਪੜ੍ਹਨਾ ਕਿ ਇਕੱਲਾ ਉਹਦੇ ਅਰਥ ਵੀ ਲਿਖਣੇ, ਜਿੱਦਾਂ ਆਪਾਂ ਪਹਿਲਾਂ ਲਿਖਦੇ ਹੁੰਦੇ, ਕਿੱਦਾਂ ਕਰਨਾ ਜੀ ਉਹ? ਅਨੇਕ ਜਨਮ ਪਾਪ ਕਰੇ ਭਰਮੇ, ਹੁਣ ਤਉ ਸਰ ਹੋਣੇ ਤਉ ਸਰਣਾਗਤ ਆਏ। ਹਾਂਜੀ। ਹਾਂਜੀ, ਅਰਥਾਂ ਸਹਿਤ ਲਿਖ ਲਿਓ ਹਨਾ। 2 ਵੀਕ ਹੋ ਗਏ ਆਲਰੇਡੀ ਆਪਾਂ ਪਿਛਲਾ ਸ਼ਬਦ ਲਿਖੇ ਨੂੰ। ਹਾਂਜੀ। ਵੈਸੇ ਤਾਂ ਹਾਂਜੀ ਉਹੀ ਲਿਖ ਲਾਂਗੇ ਤਾਂ ਵੀ ਠੀਕ ਹੈ। ਵੈਸੇ ਚਾਹੀਦਾ ਤਾਂ ਹੈ ਵੀ ਆਪਾਂ 2 ਤੁਕਾਂ ਲਿਖ ਲਈਆਂ ਸੀ, ਐਤਕੀ ਵੀਕ ਆਪਾਂ ਕੋਈ ਪੂਰਾ ਸ਼ਬਦ ਕਰਨਾ ਸੀਗਾ, ਤੇ ਪੂਰਾ ਸ਼ਬਦ ਫਿਰ ਆਪਾਂ ਕੋਈ ਕੀਤਾ ਤਾਂ ਹੈ ਨਹੀਂ ਐਤਕੀ। ਆਹ ਸਾਰੇ ਮਾਟੋ ਕਰ ਲਈਏ ਜੇ ਕਿਸੇ ਕਾਰਨ ਆਪਾਂ ਪੜ੍ਹ ਸਕੀਏ ਜੇ ਦਿਨ ਦੇ ਵਿੱਚ। 13 ਵਾਰੀ ਦਿਖਾਇਓ ਮਾਟੋ ਇੱਕ ਵਾਰੀ ਕਿੰਨੇ ਕੁ ਉੱਤੇ ਕਰੋ ਜੀ। ਜ਼ਿਆਦਾ ਤਾਂ ਹੈ ਨਹੀਂ ਵੈਸੇ।
ਤੇਰੀ ਸ਼ਰਨ ਵਿੱਚ ਦੀਨ ਦਿਆਲ ਨਾਮ ਸੁਖ ਸਾਗਰ। ਥੱਲੇ ਨੂੰ ਕਰੋ। ਹੋਰ ਥੱਲੇ ਕਰੋ। ਜਿਹੜਾ ਪਿਛਲੇ ਕਿਹੜੇ ਸ਼ਬਦ ਕੀਤਾ ਸੀ ਨਾ, ਉਹ ਸ਼ਬਦ ਕਰ ਲੈਣੇ ਆ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰ ਹੇਤੂ ਉਦਮ ਤੂਰੇ ਸਾਧੂ ਕੀ ਤਾਈ, ਉਹ ਵਾਲਾ ਸ਼ਬਦ ਕਰ ਲੈਣੇ ਸਾਰਾ ਸ਼ਬਦ। ਅਰਥ ਇੱਕ ਵਾਰੀ ਪੜ੍ਹ ਲਿਆ ਕਰਿਓ ਪੋਥੀ ਤੋਂ, ਨਹੀਂ ਚਲੋ ਇੱਕ ਵਾਰੀ ਵੀ ਜ਼ਿਆਦਾ ਹੋ ਜੂਗਾ। ਕੱਲਾ ਸ਼ਬਦ ਹੀ ਕਰ ਲਵੋ, ਅਗਲੇ ਕਿਹੜੇ ਫਿਰ ਨਾ ਆਪਾਂ ਇੱਕ ਵਾਰੀ ਰਿਵਾਈਜ਼ ਕਰ ਲਵਾਂਗੇ ਬਾਅਦ, ਕਿਉਂਕਿ ਸਾਖੀਆਂ ਬੜੀਆਂ ਲੰਮੀਆਂ। ਜੇ ਕੋਈ ਪੜ੍ਹ ਲੈ ਤਾਂ ਪੜ੍ਹ ਲਵੇ, ਵਧੀਆ ਗੱਲ ਹੈ। ਤੇ ਪਰ ਵੈਸੇ ਕੱਲਾ ਸ਼ਬਦ ਹੀ ਕਰ ਲਵੇ ਯਾਦ, ਤਾਂ ਚਲੋ ਚੜ੍ਹਦੀ ਕਲਾ ਹੋ ਜਾਊਗੀ। ਪੂਰਾ ਉਹਦੇ ਵਿੱਚ ਲਰਨ ਸ਼ੁੱਧ ਗੁਰਬਾਣੀ ਐਪ 'ਚ ਸਰਚ ਕਰ ਲਿਓ, ਕੱਲਾ ਸ਼ਬਦ ਹੀ ਲਿਖ ਲਿਓ। ਜੇ ਪ੍ਰੋਨਾਂਸੀਏਸ਼ਨ ਟਿਪਸ ਦੇ ਵਿੱਚ ਬਾਬਾ ਜੀ ਨੇ ਕੋਈ ਅਰਥ ਲਿਖੇ ਹੋਏ ਨਾ ਵਰਡਸ ਦੇ, ਉਹ ਲਿਖ ਲਿਓ ਥੱਲੇ ਕਾਪੀ ਦੇ ਉੱਤੇ। ਠੀਕ ਹੈ ਜੀ। ਹਾਂਜੀ ਭੈਣ ਜੀ, ਰਿਕਾਰਡਿੰਗ ਬੀਬੀ ਨੂੰ ਬੇਨਤੀ ਕਰਾਂਗੇ ਵੀ ਉਹ ਬਾਕੀ ਰਿਕਾਰਡਿੰਗਾਂ ਵੀ ਅਪਲੋਡ ਕਰ ਦੇਵੇ। ਤੇ ਅੱਗੋਂ ਆਪ ਜੀ ਨੇ ਪੁੱਛਿਆ ਸੀ ਵੀ ਆਰ ਸਰੈਂਡਰ ਟੂ ਗੁਰੂ ਸਾਹਿਬ, ਇਹਦਾ ਕੀ ਅਰਥ ਹੈ ਭੈਣ ਜੀ? ਦੁਬਾਰਾ ਦੱਸੋਗੇ? ਮੈਨੂੰ ਸਮਝ ਨਹੀਂ ਆਈ ਗੱਲ। ਨਹੀਂ ਭੈਣ ਜੀ ਨੇ ਆਪ ਜੀ ਕਹਿੰਦੇ ਸੀ ਨਾ ਸਮਾਪਤ, ਉਹਦਾ ਉਹਨਾਂ ਨੇ ਦਿੱਤਾ ਸੀਗਾ। ਅੱਛਾ, ਉਹਨਾਂ ਨੇ ਦੱਸਿਆ ਸੀ। ਠੀਕ ਹੈ, ਚੜ੍ਹਦੀ ਕਲਾ। ਹਾਂਜੀ ਤੇ ਠੀਕ ਹੈ ਜੀ। ਦਸ ਅੰਦਾਜ਼ ਦੀਆਂ ਭੁੱਲਾਂ ਦੀ ਮਾਫੀ ਦਿਓ ਆਪ ਜੀ, ਤੇ ਦਸ ਅੰਦਾਜ਼ ਸਦਾ ਸਦਾ ਹੀ ਭੁੱਲਣਹਾਰ ਹੈ। ਤੇ ਅੱਗੇ ਤੋਂ ਆਪਾਂ ਮਿਲਦੇ ਹਾਂ ਨੈਕਸਟ ਵੀਕ ਥਰਸਡੇ। ਐਤਕੀ ਮੰਥ ਦੇ ਵਿੱਚ ਇੱਕ ਦਿਨ ਆਪਾਂ ਫਿਰ ਫਰਾਈਡੇ ਕਰਾਂਗੇ, ਤੇ ਪਰਦਾਸ ਨੂੰ ਪਤਾ ਨਹੀਂ ਕਿਹੜੇ ਦਿਨ ਹਨ, ਤੇ ਪਰ ਨੈਕਸਟ ਤੋਂ ਨੈਕਸਟ ਵੀਕ ਕਰਾਂਗੇ ਸ਼ਾਇਦ। ਨੈਕਸਟ ਵੀਕ ਤਾਂ ਥਰਸਡੇ ਕਰ ਲਵਾਂਗੇ ਜੀ। ਚਲੋ ਜੀ, ਵਾਹਿਗੁਰੂ ਤੋਂ ਧੰਨ ਗੁਰੂ ਸਾਹਿਬ ਦਾ ਨਾਮ ਲੈ ਲਈਏ, ਫਿਰ ਫਤਿਹ ਬੁਲਾਈਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਅਮਰਦਾਸ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਰਾਮਦਾਸ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ। ਅਸੰਖ ਫਤਿਹ ਕਿਨ ਬਖਸ਼ ਨਾਰਾ ਨਾਨਕ ਸਾਹਿਬ ਸਦਾ ਦਇਆਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।